ਭਾਜਪਾ 'ਚ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋ ਰਹੇ ਹਨ। ਅੱਜ ਤਾਂ ਪੂਰੀ ਦੀ ਪੂਰੀ ਕਾਇਆ ਜਿਹੜੀ ਪਲਟ ਚੁੱਕੀ ਹੈ ਤੇ ਮਨਪ੍ਰੀਤ ਦਾ ਬੀਜੇਪੀ ਵੀ ਜਾਣਾ ਉਸੇ ਕੜੀ ਦਾ ਇੱਕ ਹਿੱਸਾ ਹੈ ਤੇ ਕਾਂਗਰਸ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। 2021-22 ਦਾ ਜੇ ਕੋਈ ਕਾਂਗਰਸ ਦਾ ਪੋਸਟਰ ਹੋਏਗਾ ਉਹਦੇ ਵਿੱਚ ਕਾਂਗਰਸ ਦੇ ਪੰਜੇ ਦੀ ਥਾਂ ਭਾਜਪਾ ਦਾ ਕਮਲ ਦਾ ਫੁੱਲ ਲੱਗਾ ਹੈ। ਬਾਕੀ ਸਾਰੀ ਲੀਡਰਸ਼ਿਪ ਬਦਲ ਚੁੱਕੀ ਹੈ। ਬੀਜੇਪੀ ਵੀ ਸ਼ਾਮਲ ਹੁੰਦਾ, ਬਹੁਤ ਸੇ ਲੀਡਰਾਂ ਦਾ ਇਹ ਵੀ ਰੀਜ਼ਨ ਹੁੰਦਾ ਵੀ ਉਹਨੂੰ ਲੱਗਦਾ ਵੀ ਬੀਜੇਪੀ ਸ਼ਾਮਲ ਹੋ ਜਾਓ, ਨਾਲ ਦੇ ਨਾਲ ਤੁਹਾਨੂੰ ਸਿਕਿਉਰਿਟੀ ਗਾਰਡ ਮਿਲ ਜਾਣਗੇ। ਮਨਪ੍ਰੀਤ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਬਾਰੇ ਕੀ ਗੁਣਗਾਨ ਕੀਤਾ। ਐਵੇਂ ਲੱਗਿਆ ਵੀ ਕਿ ਸ਼ੇਰਾਂ ਦੀ ਲਿਸਟ ਜਿਹੜੇ ਸ਼ੇਰੋ ਸ਼ਾਇਰੀ ਦੀ ਤਿਆਰ ਕਰਕੇ ਲਿਆਏ ਸੀ ਤੇ ਉਹਨਾਂ ਨੇ ਬਸ ਪੜ੍ਹਨਾ ਸ਼ੁਰੂ ਕਰਤਾ ਜੀ, ਇਹ ਮੋਦੀ ਸਾਹਿਬ ਲਈ ਤੇ ਅਮਿਤ ਸ਼ਾਹ ਸਾਹਿਬ ਲਈ। ਮਨਪ੍ਰੀਤ ਸਿੰਘ ਬਾਦਲ ਭਾਜਪਾ 'ਚ ਸ਼ਾਮਲ ਹੋ ਗਏ ਨੇ। ਜਦੋਂ ਕਾਂਗਰਸ ਪਾਰਟੀ ਦੇ ਲੀਡਰ ਸੀ ਤੇ ਫਾਈਨੈਂਸ ਮਿਨਿਸਟਰ ਸੀ, ਉਹਨਾਂ ਨੇ ਮਹਾਤਮਾ ਗਾਂਧੀ ਦੀ ਸਹੁੰ ਖਾ ਕੇ ਕਿਹਾ ਸੀ ਵੀ ਦੇਸ਼ ਤੇ ਸੂਬੇ 'ਚੋਂ ਭਾਜਪਾ ਨੂੰ ਬਾਹਰ ਕੱਢਣਗੇ। ਪਰ ਅੱਜ ਇੱਕ ਪਾਸੇ ਪੰਜਾਬ 'ਚ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਤੇ ਦੂਜੇ ਪਾਸੇ ਭਾਜਪਾ 'ਚ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋ ਰਹੇ ਨੇ। ਇਸ ਜੁਆਇਨਿੰਗ ਤੋਂ ਬਾਅਦ ਪੰਜਾਬ ਦੀ ਪੋਲਿਟਿਕਸ 'ਚ ਕੀ ਅਸਰ ਪਵੇਗਾ, ਕੀ ਭਾਜਪਾ ਦਾ ਭਵਿੱਖ ਹੋਰ ਸੁਨਹਿਰਾ ਹੋਵੇਗਾ ਪੰਜਾਬ ਦੀ ਸਿਆਸਤ ਦੇ ਅੰਦਰ, ਇਸ ਸਾਰੇ ਵਿਸ਼ੇ ਉੱਤੇ ਅੱਜ ਗੱਲਬਾਤ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਇੱਕ ਹੋਰ ਵੱਡਾ ਲੀਡਰ ਕਾਂਗਰਸ ਪਾਰਟੀ ਦਾ ਭਾਜਪਾ 'ਚ ਸ਼ਾਮਿਲ ਹੋ ਜਾਂਦਾ ਹੈ, ਜੁਆਇਨਿੰਗ ਕਰ ਦਿੰਦਾ ਹੈ ਤੇ ਉਹ ਕਹਿੰਦੇ ਹੈ, ਮਨਪ੍ਰੀਤ ਸਿੰਘ ਬਾਦਲ ਨੇ ਰੀਜ਼ਨ ਦਿੱਤਾ ਹੈ ਵੀ ਇਹ ਪਾਰਟੀ ਆਪਣੇ ਆਪ ਨਾਲ ਲੜ ਰਹੀ ਹੈ। ਕਾਂਗਰਸ ਪਾਰਟੀ ਦੂਜਿਆਂ ਨਾਲ ਤਾਂ ਕੀ ਨਜਿੱਠਣਾ ਹੈ, ਜਿਹੜੀਆਂ ਹੋਰ ਪਾਰਟੀਆਂ ਮੁਕਾਬਲੇ 'ਚ ਨੇ, ਇਹ ਤਾਂ ਅੰਦਰ ਖਾਤੇ ਧੜੇ ਬਣਾ ਕੇ ਇੱਕ ਦੂਸਰੇ ਨਾਲ ਹੀ ਲੜ ਰਹੇ ਨੇ ਤੇ 3-3 ਸਾਲ ਲੱਗ ਜਾਂਦੇ ਨੇ ਹਾਈ ਕਮਾਂਡ ਨੂੰ ਸਮਾਂ ਮਿਲਣ ਤੇ ਕਿਵੇਂ ਦੇਖਦੇ ਹੋ ਤੁਸੀਂ ਸਾਰੀ ਘਟਨਾਵਾਂ ਨੂੰ? ਸ਼ੁਭਕਰਮਨ, ਤੁਹਾਨੂੰ ਯਾਦ ਹੋਏਗਾ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਆਪਣੀ ਚਰਚਾ ਹੋ ਰਹੀ ਸੀ ਰਾਜਾ ਵੜਿੰਗ ਜਾਂ ਮਨਪ੍ਰੀਤ ਬਾਦਲ, ਜਦੋਂ ਆਪਾਂ ਜ਼ਿਕਰ ਕੀਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਜੇਲ੍ਹ ਵਿੱਚ ਜਾਂਦੇ ਨੇ। ਉਸ ਵਕਤ ਆਪਣੀ ਚਰਚਾ ਦੇ ਵਿੱਚ ਵੀ ਇਹੀ ਗੱਲਬਾਤ ਆਪਾਂ ਉਭਾਰੀ ਸੀ ਕਿ ਕਾਂਗਰਸ ਇੱਕ ਅਜਿਹੀ ਵਾਹਦ ਪਾਰਟੀ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਵੀ ਆਪਣੇ ਹੀ ਧੜਿਆਂ ਦੇ ਵਿੱਚ ਵੰਡੀ ਹੋਈ ਤੇ ਇੱਕ ਦੂਸਰੇ ਧੜੇ ਦੇ ਖਿਲਾਫ ਲੜਦੇ ਹੋਏ ਉਸਦੇ ਲੀਡਰ ਖੇਮੇਬਾਜ਼ੀ ਦਾ ਖਮਿਆਜ਼ਾ ਆਪਣੇ ਹੀ ਸਿਰ ਉੱਤੇ ਲੈਂਦੇ ਹੋਏ ਨਜ਼ਰ ਆ ਰਹੇ ਸੀ ਤੇ ਅੱਜ ਵੀ ਸਥਿਤੀ ਉਵੇਂ ਦੀ ਉਵੇਂ ਹੈ। ਸੋ ਮਨਪ੍ਰੀਤ ਬਾਦਲ ਨੇ ਜੋ ਗੱਲ ਕਹੀ ਹੈ ਉਹ 100% ਸਹੀ ਹੈ ਕਿ ਕਾਂਗਰਸ ਇਜ਼ ਅ ਡਿਵਾਈਡਡ ਹਾਊਸ ਟੂਡੇ ਤੇ ਅੱਜ ਇਹ ਪਾਰਟੀ ਸੱਤਾ ਤੋਂ ਬਾਹਰ ਹੋਣ ਤੋਂ ਬਾਵਜੂਦ ਜਾਂ ਉਸਦੇ ਬਾਅਦ ਵੀ ਆਪਣੇ ਸਬਕ ਨਹੀਂ ਸਿੱਖ ਪਾਈ ਹੈ ਤੇ ਇੱਕ ਤੋਂ ਬਾਅਦ ਇੱਕ ਨਵਾਂ ਪ੍ਰਧਾਨ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੱਕ ਹੀ ਸਟੇਬਿਲਿਟੀ ਰਹੀ। ਉਸ ਵਕਤ ਤੱਕ ਹੀ ਕਿਸੇ ਇੱਕ ਲੀਡਰ ਨੂੰ ਪਾਰਟੀ ਨੇ ਲੀਡਰ ਮੰਨਿਆ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਦੋਂ ਪਾਰਟੀ ਪ੍ਰਧਾਨ ਬਣਦੇ ਹੈ, ਉਸ ਤੋਂ ਬਾਅਦ ਫਿਰ ਰਾਜਾ ਵੜਿੰਗ ਪ੍ਰਧਾਨ ਬਣਦੇ ਆ। ਤੁਸੀਂ ਪਾਰਟੀ ਦਾ ਹਾਲ ਦੇਖੋ, ਇੱਕ ਤੋਂ ਬਾਅਦ ਇੱਕ ਲੀਡਰਾਂ ਦੇ ਛੱਡ ਕੇ ਜਾਣ ਦਾ ਸਿਲਸਿਲਾ ਬਦਸਤੂਰ ਚੱਲਦਾ ਪਿਆ ਤੇ ਇਹ ਚੀਜ਼ ਹੁਣ ਇੱਕ ਪੱਕੀ ਮੋਹਰ ਮਨਪ੍ਰੀਤ ਬਾਦਲ ਨੇ ਵੀ ਲਾਉਣ ਦਾ ਕੰਮ ਕੀਤਾ ਹੈ। ਤੇ ਜਿਹੜੀ ਉਹ ਗੱਲ ਕਹਿ ਰਹੇ ਨੇ, ਠੀਕ ਹੈ, ਉਹਨਾਂ ਦਾ ਬੀਜੇਪੀ 'ਚ ਸ਼ਾਮਲ ਹੋਣਾ ਇੱਕ ਮੌਕਾ ਪਰਸਤੀ ਕਹਿ ਲਓ ਜਾਂ ਕਹਿ ਲਓ ਕਿ ਅਜਿਹਾ ਲੀਡਰ ਜੋ ਕਿ ਪਿਛਲੇ 12 ਸਾਲ ਦੇ ਆਪਣੇ ਪੋਲੀਟੀਕਲ ਕਰੀਅਰ ਜਾਂ ਜੋ ਵੀ ਉਸਦਾ ਇੱਕ ਸਫ਼ਰ ਰਿਹਾ ਹੈ, ਉਸ ਦੇ ਵਿੱਚ ਉਹ ਤਕਰੀਬਨ ਚੌਥੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਣ ਜਾ ਰਿਹਾ ਹੈ ਜਾਂ ਸ਼ਾਮਲ ਹੋਇਆ ਹੈ। ਆਪਣੀ ਪਾਰਟੀ ਉਸਨੇ ਖੁਦ ਬਣਾਈ ਸੀ, ਬਾਅਦ ਵਿੱਚ ਮਰਜ ਕੀਤੀ। ਉਹ ਸਭ ਕੁਝ 2011 ਤੋਂ ਚੱਲਦਾ ਪਿਆ ਹੈ। ਲੇਕਿਨ ਜੋ ਕਾਰਨ ਉਹਨਾਂ ਨੇ ਦੱਸੇ ਨੇ ਕਿ ਕਾਂਗਰਸ ਧੜਿਆਂ ਦੇ ਵਿੱਚ ਵੰਡੀ ਹੋਈ ਪਾਰਟੀ, ਧੜੇ ਇੱਕ ਦੂਸਰੇ ਦੇ ਖਿਲਾਫ ਲੜ ਰਹੇ ਨੇ, ਇਹ ਗੱਲ ਬਿਲਕੁਲ 100% ਸਹੀ ਹੈ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਨੂੰ ਇਸ ਵਕਤ ਕੱਢ ਰਹੇ ਨੇ, ਠੀਕ ਹੈ, ਕੌਮੀ ਪੱਧਰ ਉੱਤੇ ਦੇਸ਼ ਨੂੰ ਇਸ ਵਕਤ ਉਸ ਤਰੀਕੇ ਦੇ ਸੈਂਟੀਮੈਂਟ ਦੀ ਲੋੜ ਹੈ ਜਦੋਂ ਫਿਰਕੂ ਜਿਹੜਾ ਤਣਾਅ ਹੈ ਜਾਂ ਫਿਰਕੂ ਜਿਹੜੇ ਵੰਡ ਹੈਗੀ ਆ ਉਸਦੇ ਵਿੱਚ ਲੋਕਾਂ ਨੂੰ ਵੰਡਣ ਦੀਆਂ, ਸਮਾਜਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਲੇਕਿਨ ਪਾਰਟੀ ਦਾ ਹਾਲ ਕੀ ਹੈ ਤੇ ਪਾਰਟੀ ਪੰਜਾਬ ਦੀ ਇਕਾਈ ਦੇ ਪੱਖੋਂ ਜੇ ਆਪਾਂ ਗੱਲ ਕਰ ਲਈਏ, ਸੋ ਮਨਪ੍ਰੀਤ ਬਾਦਲ ਦਾ ਕਹਿਣਾ ਬਿਲਕੁਲ ਦੁਰਸਤ ਹੈ। ਇਹ ਚੀਜ਼ ਪਹਿਲਾਂ ਵੀ ਮਹਿਸੂਸ ਕੀਤੀ ਗਈ ਹੈ ਤੇ ਵੀ ਤਕਰੀਬਨ 1.5 ਸਾਲ ਦੇ ਵਕਫੇ ਦੌਰਾਨ ਕਾਂਗਰਸ ਵੱਧ ਤੋਂ ਬੱਤਰ ਸਥਿਤੀ ਵੱਲ ਜਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਉਸਦੇ ਲੀਡਰਾਂ ਦਾ, ਅੱਜ ਤੁਸੀਂ ਬੀਜੇਪੀ ਦੀ ਜਿਹੜੀ ਮੁੱਢਲੀ ਲੀਡਰਸ਼ਿਪ ਜੇ ਆਪਾਂ ਪੰਜਾਬ ਦੀ ਅੱਜ ਦੀ ਇੱਕ ਪੋਸਟਰ ਬਣਾ ਕੇ ਛਾਪ ਦਈਏ, ਜਿਸ ਵਿੱਚ ਕਿ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਕਾਂਗੜ ਜਾਂ ਤਮਾਮ ਉਹ ਜਿਹੜੇ ਵੀ ਲੀਡਰ ਹੈਗੇ ਨੇ ਜੋ ਬੀਜੇਪੀ ਵੀ ਸ਼ਾਮਲ ਹੋਏ ਨੇ, ਤਾਂ ਇੰਝ ਲੱਗੇਗਾ ਕਿ ਕਾਂਗਰਸ ਪਾਰਟੀ ਦਾ 2022 ਤੋਂ ਪਹਿਲਾਂ ਦਾ ਜਿਹੜਾ ਪੋਸਟਰ ਹੋਏਗਾ, ਮਤਲਬ ਮੈਂ ਕਹਾਂਗਾ ਕਿ 2021-22 ਦਾ ਜੇ ਕੋਈ ਕਾਂਗਰਸ ਦਾ ਪੋਸਟਰ ਹੋਏਗਾ, ਉਹਦੇ ਵਿੱਚ ਕਾਂਗਰਸ ਦੇ ਪੰਜੇ ਦੀ ਥਾਂ ਭਾਜਪਾ ਦਾ ਕਮਲ ਦਾ ਫੁੱਲ ਲੱਗਾ ਹੈ। ਬਾਕੀ ਸਾਰੀ ਲੀਡਰਸ਼ਿਪ ਬਦਲ ਚੁੱਕੀ ਹੈ। ਰਾਜਕੁਮਾਰ ਵੇਰਕਾ ਵਰਗੇ ਲੀਡਰ, ਅੱਜ ਤੁਹਾਡੇ ਲਈ ਇਹ ਕਈ ਵਾਰ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਕਿ ਜਿਹੜਾ ਬਿਆਨ ਜਾਰੀ ਹੋਇਆ ਹੈ ਇਹ ਕਿਸੇ ਬੀਜੇਪੀ ਦੇ ਲੀਡਰ ਨੇ ਕੀਤਾ ਹੈ ਜਾਂ ਕਾਂਗਰਸ ਦੇ ਲੀਡਰ ਨੇ ਕੀਤਾ ਹੈ। ਸੋ ਅੱਜ ਤਾਂ ਪੂਰੀ ਦੀ ਪੂਰੀ ਕਾਇਆ ਜਿਹੜੀ ਪਲਟ ਚੁੱਕੀ ਹੈ ਤੇ ਮਨਪ੍ਰੀਤ ਦਾ ਬੀਜੇਪੀ ਵੀ ਜਾਣਾ ਉਸੇ ਕੜੀ ਦਾ ਇੱਕ ਹਿੱਸਾ ਹੈ ਤੇ ਕਾਂਗਰਸ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਰਾਜਾ ਵੜਿੰਗ ਵਰਗੇ ਜਿਹੜੇ ਭਰਤੀ ਪ੍ਰਧਾਨ ਹੈਗੇ ਨੇ, ਠੀਕ ਹੈ ਕਿ ਉਹ ਯੁਵਾ ਲੀਡਰ ਨੇ, ਉਹਨਾਂ ਨੂੰ ਸਾਥ ਨਹੀਂ ਮਿਲ ਪਾ ਰਿਹਾ ਉਹਨਾਂ ਦੀ ਲੀਡਰਸ਼ਿਪ ਦਾ,
ਲੇਕਿਨ ਐਟ ਦ ਐਂਡ ਆਫ ਦ ਡੇ ਪਾਰਟੀ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਤੇ ਇਹ ਨੁਕਸਾਨ ਇਕੱਲੇ ਉਹਨਾਂ ਦੇ ਸਮੇਂ ਤੋਂ ਨਹੀਂ, ਪਹਿਲਾਂ ਦੇ ਸਮੇਂ ਤੋਂ ਤੁਰਿਆ ਆ ਰਿਹਾ ਜੀ। ਉਹਨਾਂ ਨੇ ਇੱਕ ਤੰਜ ਵੀ ਕੱਸਿਆ ਜਦੋਂ ਉਹਨਾਂ ਨੂੰ ਰਾਜਾ ਵੜਿੰਗ ਬਾਰੇ ਸਵਾਲ ਪੁੱਛਿਆ ਗਿਆ ਸੀ। ਉਹਨਾਂ ਨੇ ਕਿਹਾ ਸੀ ਮੈਂ ਸਸਤੇ ਬੰਦਿਆਂ ਦੇ ਉੱਤੇ ਮਹਿੰਗੇ ਅਥਰੂ ਨਹੀਂ ਵਗਾਉਂਦਾ। ਇਹ ਗੱਲ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਕਿਹਾ ਇੱਜ਼ਤ ਹੀ ਨਹੀਂ ਮਿਲੀ, ਮਾਨ ਸਨਮਾਨ ਨਹੀਂ ਮਿਲਿਆ ਤੇ ਜਿਹੜੀ ਮੁਲਾਕਾਤ ਹੈ ਉਹ ਵੀ ਨਹੀਂ ਹੋ ਪਾਉਂਦੀ ਸੀਗੀ। ਇਹੀ ਗੱਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜੋ ਜੌਹਲ ਨੇ ਵੀ ਕਹੀ ਹੈ। ਦੇਖੋ, ਮਨਪ੍ਰੀਤ ਬਾਦਲ ਦੀ ਇੱਕ ਦਿੱਕਤ ਇਹ ਹੈਗੀ ਹੈ, ਜਾਂ ਕਹਿ ਲਈ ਕਿ ਉਹਨਾਂ ਦੀ ਪੋਲਿਟਿਕਸ ਦੀ ਇੱਕ ਟ੍ਰੈਜੇਡੀ ਇਹ ਰਹੀ ਹੈ ਕਿ ਉਹ ਹਮੇਸ਼ਾ ਹੀ ਸ਼ਰੀਕੇਬਾਜ਼ੀ ਦੀ ਲੜਾਈਆਂ ਦੇ ਵਿੱਚ ਜ਼ਿਆਦਾ ਉਲਝੇ ਨੇ। ਗੱਲਾਂ ਤਾਂ ਉਹਨਾਂ ਦੀਆਂ ਐਵੇਂ ਹੁੰਦੀਆਂ ਨੇ ਜਿਵੇਂ ਪਤਾ ਨਹੀਂ ਕਿੱਡੇ ਵੱਡੇ ਫਲਸਫੇ ਨੂੰ ਲੈ ਕੇ ਸ਼ੇਰੋ ਸ਼ਾਇਰੀ ਕਿੱਥੋਂ ਲਿਖਦੇ ਨੇ, ਕਿੱਥੋਂ ਲਿਖਵਾਉਂਦੇ ਨੇ, ਇਹ ਤਾਂ ਸਾਨੂੰ ਨਹੀਂ ਪਤਾ। ਲੇਕਿਨ ਜਦੋਂ ਉਹਨਾਂ ਦੀ ਗੱਲਾਂ ਬਾਤਾਂ, ਉਹਨਾਂ ਦੀ ਤਕਰੀਰਾਂ ਦੇ ਵਿੱਚ ਜਿਹੜਾ ਇੱਕ ਬੜੱਪਨ ਨਜ਼ਰ ਆਉਂਦਾ ਹੈ, ਉਹਨਾਂ ਦੀ ਰਾਜਨੀਤੀ ਦੇ ਵਿੱਚ ਉਹ ਚੀਜ਼ ਨਜ਼ਰ ਨਹੀਂ ਆਉਂਦੀ। ਤੇ ਅਕਸਰ ਦੇਖਿਆ ਕਿ ਉਹ ਆਪਣੀ ਜਿਹੜੀ ਲੋਕਲ ਪੋਲਿਟਿਕਸ ਹੈ ਉਸਦਾ ਇੱਕ ਪੂਰਾ ਵੱਡਾ ਜਿਹੜਾ ਸਾਇਆ ਹੈ ਉਹ ਉਹਨਾਂ ਦੇ ਰਾਜਨੀਤਿਕ ਫੈਸਲਿਆਂ ਦੇ ਉੱਤੇ ਭਾਰੀ ਰਹਿੰਦਾ ਹੈ, ਹਾਵੀ ਰਹਿੰਦਾ ਹੈ। ਸੋ ਅਕਾਲੀ ਦਲ ਨੂੰ ਜਦੋਂ ਉਹਨਾਂ ਨੇ ਛੱਡਿਆ ਸੀਗਾ ਤੇ ਉਸ ਵਕਤ ਵੀ ਗੱਲ ਇਹੀ ਸੀ ਕਿ ਵੀ ਸੁਖਬੀਰ ਬਾਦਲ ਉਹਨਾਂ ਨੂੰ ਉੱਭਰਨ ਨਹੀਂ ਦੇ ਰਹੇ, ਜਾਂ ਫਿਰ ਉਹਨਾਂ ਨੇ ਵੀ ਇੱਕ ਰੀਜ਼ਨ ਬਣਾਇਆ ਸੀ ਕਿ ਮੈਂ ਜਿਹੜੇ ਸਿਧਾਂਤਕ ਮੁੱਦਿਆਂ ਨੂੰ ਆਧਾਰ ਬਣਾ ਕੇ ਪਾਰਟੀ ਛੱਡੀ ਹੈ, ਜੋ ਮਾੜਾ ਅਰਥਚਾਰਾ ਸੀ। ਤੁਸੀਂ ਦੇਖੋ ਕਿ ਮਨਪ੍ਰੀਤ ਬਾਦਲ ਪੰਜਾਬ ਦੇ ਬੀਤੇ ਤਕਰੀਬਨ 20 ਸਾਲਾਂ ਦੇ ਸਭ ਤੋਂ ਜ਼ਿਆਦਾ ਲੰਮੇ ਸਮੇਂ ਲਈ ਰਹੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ, ਖਜ਼ਾਨਾ ਮੰਤਰੀ ਰਹੇ ਨੇ ਤੇ ਹਰ ਸਰਕਾਰ ਦੇ ਵਕਤ ਉਹਨਾਂ ਤੇ ਕਰੋਨਾ ਹੀ ਰਿਹਾ ਹੈ। ਬਤੌਰ ਖਜ਼ਾਨਾ ਮੰਤਰੀ ਉਹ ਪੰਜਾਬ ਲਈ ਕੁਝ ਅਜਿਹਾ ਨਹੀਂ ਕਰ ਪਾਏ ਜਿਹਦੇ ਨਾਲ ਪੰਜਾਬ ਦਾ ਜਿਹੜਾ ਕਰਜ਼ਾ, ਜਦੋਂ ਉਹਨਾਂ ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਕਾਲੀ ਦਲ ਛੱਡੀ ਸੀ 2011 ਦੇ ਆਸ-ਪਾਸ ਤੇ ਆਪਣੀ ਅਲੱਗ ਧਿਰ ਬਣਾਈ ਸੀ, ਪੰਜਾਬ ਪੀਪਲਸ ਪਾਰਟੀ ਆਫ ਪੰਜਾਬ ਬਣਾ ਲਈ ਸੀ ਪਹਿਲਾਂ। ਉਸ ਤੋਂ ਬਾਅਦ ਉਹਦੇ ਵਿੱਚ ਭਗਵੰਤ ਮਾਨ ਵੀ ਸ਼ਾਮਲ ਹੋਏ, ਭਗਵੰਤ ਮਾਨ ਵੀ ਉਸਦਾ ਹਿੱਸਾ ਰਹੇ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦਾ ਖੇਮਾ ਚਲਾ ਗਿਆ, ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਮਨਪ੍ਰੀਤ ਬਾਦਲ। ਉਹਨਾਂ ਨੇ ਕਿਹਾ ਵੀ ਕਿ ਮਨਪ੍ਰੀਤ ਬਾਦਲ ਜਦੋਂ ਕਾਂਗਰਸ ਸ਼ਾਮਲ ਹੁੰਦੇ ਨੇ ਉਹ ਕਹਿੰਦੇ ਕਿ ਮੈਂ ਇੱਕ ਰਾਜਨੀਤਿਕ ਬਦਲਾਅ ਤੇ ਪੰਜਾਬ ਦੇ ਹਾਲਾਤ ਬਦਲਣ ਲਈ ਆਇਆ ਸੀ। ਲੇਕਿਨ ਤੁਸੀਂ ਵੇਖਿਆ ਵੀ ਇੱਥੇ ਜਿਹੜੀ ਬਠਿੰਡੇ ਦੀ ਲੋਕਲ ਪੋਲਿਟਿਕਸ ਹੈ ਉਸ ਦੇ ਵਿੱਚ ਉਲਝ ਕੇ ਰਹਿ ਗਏ ਤੇ ਰਾਜੇ ਵੜਿੰਗ ਦੇ ਨਾਲ ਉਹਨਾਂ ਦੀ ਲੜਾਈ, ਉਹਦੇ ਜਿਹੜੇ ਉਹਨਾਂ ਦੇ ਸਾਲਾ ਸਾਹਿਬ ਹੈਗੇ ਨੇ ਜੋ ਉਹਨਾਂ ਦਾ ਜਿਹੜਾ ਆਪਸੀ ਝਗੜਾ ਚੱਲਦਾ ਰਹਿੰਦਾ, ਉਹ ਰਾਜਾ ਵੜਿੰਗ ਦੇ ਖਿਲਾਫ ਬਿਆਨ ਦੇਈ ਜਾਂਦੇ ਨੇ, ਰਾਜਾ ਵੜਿੰਗ ਵੀ ਆਪਣੇ ਤਰੀਕੇ ਦੇ ਨਾਲ ਕਰੀ ਜਾਂਦੇ। ਤਾਂ ਐਂ ਲੱਗਦਾ ਵੀ ਪੰਜਾਬ ਦੀ ਜਿਹੜੀ ਪੰਜਾਬ ਦੇ ਕਦਾਵਰ ਰਾਜ ਪੱਧਰੀ ਲੀਡਰਾਂ ਨੇ ਇਸ ਲੜਾਈ ਨੂੰ ਬਠਿੰਡੇ ਦੇ ਇੱਕ ਮੁਹੱਲੇ ਦੀ ਲੜਾਈ ਤਰੀਕੇ ਨਾਲ ਬਣਾ ਕੇ ਰੱਖਤਾ। ਸੋ ਇੱਕ ਬਹੁਤ ਹੀ ਮਤਲਬ ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਦੀਆਂ ਗੱਲਾਂ ਦੇ ਵਿੱਚ ਜਿਹੜਾ ਬੜੱਪਨ ਨਜ਼ਰ ਆਉਂਦਾ ਹੈ, ਉਹਨਾਂ ਦੀ ਪੋਲਿਟਿਕਸ ਦੇ ਵਿੱਚ ਉਹ ਲੋਕਲਾਈਜ਼ ਲੈਵਲ ਦੇ ਉੱਤੇ ਲੋਕਲਾਈਜ਼ ਲੀਡਰਾਂ ਦੀ ਗੱਲਾਂ ਤੇ ਆਧਾਰਿਤ ਹੋ ਕੇ ਜੇ ਐਡੇ ਵੱਡੇ ਫੈਸਲੇ ਲੈ ਰਹੇ ਨੇ। ਕਿਉਂਕਿ ਇਸ ਕੇਸ ਦੇ ਵਿੱਚ ਸਮਝ ਵਿੱਚ ਆ ਰਿਹਾ ਵੀ ਕਾਂਗਰਸ ਦੇ ਨਾਲ ਉਹਨਾਂ ਨੂੰ ਵਿਅਕਤੀਗਤ ਲੈਵਲ ਤੇ ਕੋਈ ਉਸ ਤਰੀਕੇ ਦੀ ਦਿੱਕਤ ਨਹੀਂ ਸੀ ਤੇ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਭੇਜਿਆ ਰਾਹੁਲ ਗਾਂਧੀ ਨੂੰ, ਉਸ ਵਿੱਚ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਨੇ ਬਹੁਤ ਮਾਣ ਸਨਮਾਨ ਦਿੱਤਾ। ਲੇਕਿਨ ਮੈਂ ਇਸ ਧੜੇ ਬਾਅਦ ਰਾਦਰ ਹੁੰਦਾ ਤਾਂ ਇਹ ਕਿ ਚੰਗਾ ਜਿਹੜਾ ਲੀਡਰ ਹੈ ਉਹ ਪਾਰਟੀ ਦੇ ਜੇ ਫਲਸਫੇ ਦੇ ਨਾਲ ਉਹਦਾ ਇਤਫਾਕ ਰੱਖਦਾ ਹੈ ਤਾਂ ਉਹ ਪਾਰਟੀ ਦੇ ਵਿੱਚ ਰਹਿ ਕੇ ਉਸ ਧੜੇਬਾਜ਼ੀ ਨੂੰ ਦੂਰ ਕਰਨ ਲਈ ਕਾਂਗਰਸ ਦੀ ਹਾਈ ਕਮਾਂਡ ਦਾ ਸਹਿਯੋਗ ਕਰਦਾ, ਆਪਣੇ ਤਜਰਬੇ ਦੇ ਨਾਲ ਉਹ ਚੀਜ਼ਾਂ ਨੂੰ ਸੌਟ ਆਊਟ ਕਰਦਾ। ਲੇਕਿਨ ਇੱਥੇ ਤਾਂ ਨਜ਼ਰ ਆਇਆ ਵੀ ਤੁਸੀਂ ਬਠਿੰਡੇ ਦੀ ਇੱਕ ਮੁਹੱਲੇ ਦੀ ਲੜਾਈ ਦੇ ਵਿੱਚ ਫਸੇ ਰਹਿ ਗਏ, ਲੋਕਾਂ ਦੇ ਨਾਲ ਤਕਰੀਰਾਂ ਕਰਦੇ ਰਹੇ, ਇੱਕ ਦੂਸਰੇ ਨੂੰ ਇਲੈਕਸ਼ਨ ਲੜਾਉਣ ਦਾ ਜ਼ੋਰ ਤੁਹਾਨੂੰ ਵੀ ਉਹਨਾਂ ਨੇ ਬਹੁਤ ਲਾਇਆ ਤੇ ਇਹਨਾਂ ਨੇ ਵੀ ਜ਼ੋਰ ਘੱਟ ਨਹੀਂ ਲਾਇਆ ਹੋਏਗਾ ਤੇ ਇੱਕ ਦੂਸਰੇ ਖਿਲਾਫ ਖੁੱਲ ਕੇ ਬਿਆਨਬਾਜ਼ੀ ਹੋਈ। ਸੋ ਉਸ ਤੋਂ ਬਾਅਦ ਹੁਣ ਗੱਲਾਂ ਇਹ ਕਰਨਾ ਕਿ ਜੀ ਕਾਂਗਰਸ ਦੇ ਵਿੱਚ ਧੜੇਬਾਜ਼ੀ ਜ਼ਿਆਦਾ, ਧੜੇਬਾਜ਼ੀ ਤਾਂ ਪਹਿਲਾਂ ਵੀ ਸੀ ਕਾਂਗਰਸ ਦੇ ਵਿੱਚ। ਕਿਹੜਾ ਸਮਾਂ ਸੀ ਕਾਂਗਰਸ ਦੇ ਵਿੱਚ ਧੜੇਬਾਜ਼ੀ ਨਹੀਂ ਸੀ? ਕਿ ਕੈਪਟਨ ਅਮਰਿੰਦਰ ਸਿੰਘ ਤੇ ਰਜਿੰਦਰ ਕੌਰ ਭੱਠਲ ਦੇ ਵਿੱਚ ਕਦੇ ਧੜੇਬਾਜ਼ੀ ਨਹੀਂ ਰਹੀ? ਜਾਂ ਫਿਰ ਉਸ ਤੋਂ ਬਾਅਦ ਦੇ ਜਿਹੜੇ ਦੌਰ ਰਹੇ ਕੈਪਟਨ ਅਮਰਿੰਦਰ ਸਿੰਘ, ਪੂਰੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਧੜੇਬਾਜ਼ੀ ਰਹੀ। ਉਸ ਤੋਂ ਬਾਅਦ ਅੱਜ ਵੀ ਜਿਹੜੀ ਧੜੇਬਾਜ਼ੀ ਹੈਗੀ ਨਵਜੋਤ ਸਿੰਘ ਸਿੱਧੂ ਦੀ ਚਰਨਜੀਤ ਚੰਨੀ ਨਾਲ ਰਹੀ। ਚਰਨਜੀਤ ਚੰਨੀ ਦੇ ਹਟਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਤੇ ਰਾਜੇ ਵੜਿੰਗ ਦੀ ਧੜੇਬਾਜ਼ੀ। ਤੋਂ ਧੜੇਬਾਜ਼ੀ ਦਾ ਦੂਜਾ ਨਾਮ ਕਾਂਗਰਸ ਹੈ, ਕਾਂਗਰਸ ਦਾ ਦੂਜਾ ਨਾਮ ਧੜੇਬਾਜ਼ੀ ਹੈ। ਕਿਸੇ ਵੀ ਰਾਜ ਦੇ ਵਿੱਚ ਤੁਸੀਂ ਦੇਖ ਲਓ, ਭੁਪਿੰਦਰ ਸਿੰਘ ਹੁੱਡਾ ਜੇ ਵਰਿੰਦਰ ਕਿਸੇ ਸਮੇਂ ਉਹਦੇ ਨਾਲ ਧੜੇਬਾਜ਼ੀ ਚ ਰਹੇ, ਕੁਮਾਰੀ ਸੈਲਜਾ, ਹਰ ਲੈਵਲ ਦੇ ਉੱਤੇ ਕਾਂਗਰਸ ਦੇ ਵਿੱਚ ਤਾਂ ਪੈਰਲਲ ਪਾਵਰ ਸੈਂਟਰ ਖੜੇ ਰਹਿੰਦੇ ਨੇ। ਸੋ ਧੜੇਬਾਜ਼ੀ ਇਸ ਪ੍ਰੋਬਲਮ ਓਡੀ ਵੱਡੀ ਨਹੀਂ ਹੈ। ਲੇਕਿਨ ਮੈਨੂੰ ਲੱਗਦਾ ਵੀ ਆਪਣੇ ਜਿਹੜੇ ਭਾਜਪਾ ਚ ਵੀ ਦੇਖਣ ਨੂੰ ਮਿਲੇਗਾ ਧੜੇ ਤਾਂ ਹਰ ਪਾਰਟੀ ਚ ਹੁੰਦੇ, ਜਿਹੜੇ ਵੱਡੇ ਸੰਗਠਨ ਹੁੰਦੇ, ਵੱਡੀਆਂ ਪਾਰਟੀਆਂ ਹੁੰਦੀਆਂ, ਉੱਥੇ ਧੜੇ ਤਾਂ ਹੁੰਦੇ ਹੀ ਨਹੀਂ। ਤੇ ਗੱਲ ਭਾਜਪਾ ਚ ਵੀ ਹੋਊਗੀ। ਥੋੜਾ ਜਿਹਾ ਫਰਕ ਇਹ ਹੈਗਾ ਵੀ ਇੱਥੇ ਆਪਾਂ ਧੜੇਬਾਜ਼ੀ ਦੇ ਹਿਸਾਬ ਨਾਲ ਫੈਸਲੇ ਨਹੀਂ ਲੈ ਰਹੇ। ਹੁਣ ਇਹਨਾਂ ਨੇ ਇੱਕ ਰੀਜ਼ਨ ਦਿੱਤਾ, ਇੱਕ ਇਸ ਨੂੰ ਕਹਿ ਸਕਦੇ ਆਧਾਰ ਦੱਸਿਆ ਕਿ ਜੀ ਕਾਂਗਰਸ ਖੇਮਿਆਂ ਚ ਵੱਡੀ ਹੋਈ ਹੈ ਆਪਸ ਦੇ ਵਿੱਚ, ਦੇ ਆਰ ਨਾਟ ਐਨ ਆਰਡਰਲੀ ਹਾਊਸ, ਦੇ ਆਰ ਨਾਟ ਅ ਕੰਬਾਈਨਡ ਯੂਨਿਟ। ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ, ਆਪਾਂ ਇਸ ਚੀਜ਼ ਨੂੰ ਮੰਨ ਕੇ ਚੱਲਦੇ ਹਾਂ। ਲੇਕਿਨ ਮੁੱਦਾ ਹੈ ਕਿ ਵਿਅਕਤੀਗਤ ਜਿਹੜਾ ਉਹਨਾਂ ਨੇ ਫੈਸਲਾ ਕਿਸ ਚੀਜ਼ ਤੋਂ ਉੱਭਰ ਕੇ ਲਿਆ। ਕਾਂਗਰਸ ਦੀ ਧੜੇਬਾਜ਼ੀ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਕਾਂਗਰਸ ਦੇ ਫਲਸਫੇ ਨੂੰ ਛੱਡਤਾ। ਉਸੇ ਫਲਸਫੇ ਨੂੰ ਜਿਸ ਤਹਿਤ ਕਿ ਉਹਨਾਂ ਨੇ ਕਾਂਗਰਸ ਨਾ ਸਿਰਫ ਜੁਆਇਨ ਕੀਤੀ ਬਲਕਿ ਉਸ ਦੇ ਵਿੱਚ ਵਜ਼ਾਰਤਾਂ ਦਾ ਆਨੰਦ ਵੀ ਮਾਣਿਆ। ਸੋ ਮਨਪ੍ਰੀਤ ਬਾਦਲ ਤਾਂ ਪੰਜਾਬ ਦੇ ਅਕਾਲੀ ਦਲ ਦੇ ਲੰਮਾ ਕਾਰਜਕਾਲ ਦੌਰਾਨ ਖਜ਼ਾਨਾ ਮੰਤਰੀ ਰਹਿੰਦੇ ਹੈਗੇ ਨੇ, ਅਲੱਗ-ਅਲੱਗ ਟਰਮਸ ਦੇ ਵਿੱਚ ਅਲੱਗ-ਅਲੱਗ ਮਹਿਕਮੇ ਰੱਖਦੇ ਨੇ। ਉਸ ਤੋਂ ਬਾਅਦ ਜਦੋਂ ਕਾਂਗਰਸ ਆ ਜਾਂਦੀ ਹੈ ਉਹਦੇ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਣਦੇ ਨੇ।
ਪੰਜਾਬ ਦੇ ਖਜ਼ਾਨੇ ਦਾ ਭਾਰ 2011 ਦੇ ਵਿੱਚ 60,000 ਕਰੋੜ ਦਾ ਕਰਜ਼ਾ ਕਹਿੰਦੇ ਸੀ, ਅੱਜ ਉਹ 3 ਲੱਖ ਕਰੋੜ ਦੇ ਆਸ-ਪਾਸ ਕਰਜ਼ਾ ਪਹੁੰਚਿਆ ਹੋਇਆ ਹੈ। ਸੋ ਖਜ਼ਾਨਾ ਮੰਤਰੀ ਦੀ ਆਪਣੀ ਪਰਫਾਰਮੈਂਸ ਕਿੱਥੇ ਹੈ? ਉਹ ਤੁਸੀਂ ਅੱਜ ਕਾਂਗਰਸ ਦੀ ਧੜੇਬਾਜ਼ੀ ਦੀ ਗੱਲ ਕਰਨਾ ਬਿਲਕੁਲ ਵਾਜਿਬ ਹੈ। ਸਾਡੇ ਤੁਹਾਡੇ ਵਰਗੇ ਚਿੰਤਕ ਗੱਲ ਕਰਨ ਵੱਖਰੀ ਗੱਲ ਹੈ, ਲੇਕਿਨ ਵਿੱਚ ਰਹਿ ਕੇ ਆਪਾਂ ਕੀ ਕਰ ਪਾਏ? ਖੁਦ ਤੁਸੀਂ ਲੋਕਲ ਧੜੇਬਾਜ਼ੀ ਤੋਂ ਨਹੀਂ ਉੱਪਰ ਪਾਏ ਤੇ ਪਾਰਟੀ ਦੇ ਤੁਸੀਂ ਵੱਡੇ ਧੜੇਬਾਜ਼ੀ ਦੀ ਗੱਲ ਕਰ ਰਹੇ ਹੋ। ਸੋ ਇਹ ਚੀਜ਼ਾਂ ਚਿੰਤਨ ਕਰਨ ਵਾਲੀਆਂ ਨੇ ਤੇ ਇਹ ਲੀਡਰ ਦਿਖਾਉਂਦੇ ਕੁਛ ਨੇ, ਕਹਿੰਦੇ ਕੁਛ ਨੇ। ਇਹਨਾਂ ਦੇ ਜਿਹੜੇ ਫੈਸਲੇ ਹੁੰਦੇ ਨੇ ਬਹੁਤ ਛੋਟੇ-ਛੋਟੇ ਸਿਆਸੀ ਜਿਹੜੇ ਝਗੜਿਆਂ ਤੋਂ ਉੱਪਰੇ ਹੋਏ ਨੇ। ਮੈਨੂੰ ਇਸ ਵਾਸਤੇ ਲੱਗ ਰਿਹਾ ਕਿ ਮੈਨੂੰ ਬਠਿੰਡੇ ਦੀ ਬੜੀ ਇੱਕ ਸਥਾਨਕ ਜਿਹੇ ਲੈਵਲ ਦੀ ਜਿਹੜੀ ਗੁੱਸਾ ਕਹਿ ਲਓ ਜਾਂ ਲੜਾਈ ਕਹਿ ਲਓ, ਉਹ ਸੀ ਜਿਸ ਨੂੰ ਕਿ ਬਾਅਦ ਦੇ ਵਿੱਚ ਅਸੀਂ ਇਹ ਪਾਰਟੀ ਬਦਲਣ ਦੇ ਫੈਸਲੇ ਦੇ ਰੂਪ ਵਿੱਚ ਵੇਖ ਰਹੇ ਹਾਂ। ਕਾਂਗਰਸ ਇਹ ਕਹਿ ਰਿਹਾ ਹੈ, ਕਾਂਗਰਸ ਦੇ ਸੀਨੀਅਰ ਲੀਡਰ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਉਹ ਇਹ ਗੱਲ ਕਹਿ ਰਹੇ ਨੇ ਵੀ ਇਹ ਪਾਵਰ ਕਰਕੇ ਜਿਹੜੇ ਬਾਦਲ ਪਰਿਵਾਰ ਹੈਗਾ ਉਹ ਪਾਵਰ ਤੋਂ ਬਾਹਰ ਨਹੀਂ ਰਹਿ ਸਕਦਾ, ਤਾਂ ਇਸ ਕਰਕੇ ਉਹਨਾਂ ਨੇ ਪਾਵਰ ਨੂੰ ਹੀ ਚੁਣਿਆ। ਇਸ ਕਰਕੇ ਉਹ ਭਾਜਪਾ 'ਚ ਗਏ ਨੇ। ਹੁਣ ਜੋ ਪਾਰਟੀ ਦੀ ਔਖ ਸਮਾਂ ਕੱਟ ਰਿਹਾ, ਆਊਟ ਆਫ ਪਾਵਰ ਹੈ, ਤਾਂ ਉਹਨਾਂ ਨੂੰ ਪਾਰਟੀ ਦਾ ਸਾਥ ਦੇਣਾ ਚਾਹੀਦਾ ਸੀਗਾ ਤੇ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਗਲਤੀ ਕੀਤੀ। ਤੇ ਨਾਲ ਦੀ ਉਹਨਾਂ ਨੇ ਆਈਡੀਓਲੋਜੀ ਦੀ ਵੀ ਗੱਲ ਕੀਤੀ ਵੀ ਹੁਣ ਇੱਕਦਮ ਆਈਡੀਓਲੋਜੀ ਕਿਵੇਂ ਬਣ ਗਈ? ਕਾਂਗਰਸ ਦੀ ਵੱਖਰੀ ਆਈਡੀਓਲੋਜੀ, ਅਕਾਲੀ ਦਲ ਦੀ ਵੱਖਰੀ ਸੀ ਤੇ ਹੁਣ ਭਾਜਪਾ ਦੀ ਬਿਲਕੁਲ ਹੀ ਵੱਖਰੀ ਆਈਡੀਓਲੋਜੀ ਹੈ। ਬਿਲਕੁਲ, ਇਹ ਬੜਾ ਇੱਕ ਰੈਲੇਵੈਂਟ ਪੁਆਇੰਟ ਹੈ। ਇਹੀ ਗੱਲ ਆਪਾਂ ਕਰਦੇ ਪਏ ਵੀ ਤੁਹਾਡੀ ਜਿਹੜੀ ਵਿਚਾਰਧਾਰਕ ਜਿਹੜੀ ਜੋੜ ਹੈ, ਜੁੜਾਅ ਹੈ, ਉਹ ਕਿਵੇਂ ਤੁਸੀਂ ਕਾਂਗਰਸ ਦੇ ਵਿੱਚ 5 ਸਾਲ ਪਹਿਲਾਂ 6 ਸਾਲ ਪਹਿਲਾਂ ਹੁੰਦੇ ਹੋ ਤੇ ਤੁਸੀਂ ਅਚਾਨਕ ਸਵਿਚ ਕਰ ਜਾਂਦੇ ਹੋ ਜਦੋਂ ਤੁਹਾਨੂੰ ਲੱਗਦਾ ਵੀ ਸਾਰੇ ਪੱਤੇ ਹੁਣ ਬੀਜੇਪੀ ਦੇ ਚੰਗੇ ਬੈਠਣੇ ਸ਼ੁਰੂ ਹੋ ਗਏ ਨੇ। ਇੱਕ ਪੂਰੀ ਦੀ ਪੂਰੀ ਲੀਡਰਸ਼ਿਪ ਅੱਜ ਤੋਂ ਮੈਂ ਦੇਖ ਰਿਹਾ ਸੀ, ਟ੍ਰੋਲ ਵੀ ਹੋ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ, ਪੁਰਾਣੇ ਬਿਆਨ ਕੱਢ ਕੇ ਦਿਖਾਏ ਜਾ ਰਹੇ ਨੇ ਜਦੋਂ ਕਿ ਖੁਦ ਹੀ ਬੀਜੇਪੀ ਦੇ ਖਿਲਾਫ ਇਹ ਲੀਡਰ ਬੋਲਦੇ ਨੇ। ਚਲੋ ਸਭ ਦੇ ਬਾਰੇ ਦਿਖਾਇਆ ਜਾਂਦਾ, ਇਸ ਕੋਈ ਲੰਬੀ ਚੌੜੀ ਗੱਲਬਾਤ ਨਹੀਂ ਹੈ, ਤਾਂ ਚਲੋ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਲੇਕਿਨ ਵੱਡਾ ਸਵਾਲ ਹੈ ਕਿ ਬਹੁਤ ਵੱਡੇ ਵਿਚਾਰਾਂ ਦੀ ਗੱਲ ਕਰਨ ਵਾਲੇ, ਆਈਡੀਓਲੋਜੀ ਦੀ ਗੱਲ ਕਰਨ ਵਾਲੇ ਮਨਪ੍ਰੀਤ ਬਾਦਲ ਕਿਹੜੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਕੇ, ਕਿਹੜੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਅਜਿਹਾ ਭਾਰਤੀ ਜਨਤਾ ਅੱਜ ਤੁਸੀਂ ਦੇਖਿਆ ਵੀ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਕੀ ਗੁਣਗਾਨ ਕੀਤਾ। ਐਵੇਂ ਲੱਗਿਆ ਵੀ ਕਿ ਸ਼ੇਰਾਂ ਦੀ ਲਿਸਟ ਜਿਹੜੇ ਸ਼ੇਰੋ ਸ਼ਾਇਰੀ ਦੀ ਤਿਆਰ ਕਰਕੇ ਲਿਆਏ ਸੀ ਤੇ ਉਹਨਾਂ ਨੇ ਬਸ ਪੜ੍ਹਨਾ ਸ਼ੁਰੂ ਕਰਤਾ ਜੀ, ਇਹ ਮੋਦੀ ਸਾਹਿਬ ਲਈ ਤੇ ਅਮਿਤ ਸ਼ਾਹ ਸਾਹਿਬ ਲਈ। ਐਂ ਲੱਗਦਾ ਵੀ ਪੰਜਾਬ ਦੇ ਜਿਹੜੇ ਸਾਡੇ ਲੀਡਰ ਹੈਗੇ ਨੇ ਉਹ ਤਾਂ ਮਤਲਬ ਇਹਨਾਂ ਦਾ ਕੀ ਆਪਾਂ ਇਹਨਾਂ ਬਾਰੇ ਕਮੈਂਟ ਕਰ ਸਕਦੇ ਕਿ ਉਹ ਇਹਨਾਂ ਨੂੰ ਜਦੋਂ ਜਿਹੜੀ ਪਾਰਟੀ ਦੇ ਵਿੱਚ ਬਿਠਾਤਾ ਜਾਵੇ ਕਿ ਟੇਪ ਰਿਕਾਰਡ ਵਾਂਗ ਉਹਨਾਂ ਦੇ ਹੀ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੰਦੇ ਨੇ। ਤੇ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵੀ ਇਹ ਹਾਲ ਰਿਹਾ। ਆਪਾਂ ਵੇਖਿਆ ਵੀ ਜਦੋਂ ਮਨਮੋਹਨ ਸਿੰਘ ਦੇ ਨਾਲ ਸੀ ਉਹ ਇੱਕ ਵੱਖਰੇ ਪੋਜੀਸ਼ਨ ਦੇ ਉੱਤੇ ਖੜੇ ਰਹੇ, ਜਦੋਂ ਉਸ ਤੋਂ ਪਹਿਲਾਂ ਉਹ ਨਰਿੰਦਰ ਮੋਦੀ ਉਹਨਾਂ ਦੇ ਕਸੀਦੇ ਜਿਹੜੇ ਪੜ੍ਹਦੇ ਹੁੰਦੇ ਸੀਗੇ। ਸੋ ਲੀਡਰਾਂ ਦਾ ਰਾਜਨੀਤੀ ਦੇ ਵਿੱਚ ਜਿਹੜੀ ਦਲ ਬਦਲਣ ਦੀ ਇੱਕ ਰਵਾਇਤ ਹੈ, ਉਹਦਾ ਇੱਕ ਨਵਾਂ ਸਰੂਪ ਆਪਾਂ ਦੇਖ ਰਹੇ ਹਾਂ। ਲੇਕਿਨ ਇਹ ਬੜੀ ਪੁਰਾਣੀ ਬਿਮਾਰੀ ਹੈ ਤੇ ਬਹੁਤ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਮਨਪ੍ਰੀਤ ਬਾਦਲ ਨੇ ਵੀ ਉਸੇ ਲੀਹ ਦੇ ਉੱਤੇ ਤੁਰਨਾ ਠੀਕ ਸਮਝਿਆ ਤੇ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਵੱਡਾ ਮੁਫਾਦ ਆਪਣਾ ਸਿੱਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੋਏਗਾ। ਵਿਅਕਤੀਗਤ ਫਾਇਦੇ, ਅੱਜ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਵਿੱਚ ਬਹੁਤ ਵੱਡੀ ਲੀਡਰਸ਼ਿਪ ਹੈ। ਹੁਣ ਇੱਥੇ ਬਹੁਤ ਸੇ ਐਸੇ ਸਥਾਨਕ ਲੀਡਰ ਜੋ ਕਿ ਅੱਜ ਇਹ ਮਹਿਸੂਸ ਕਰਦੇ ਨੇ ਵੀ ਸਾਨੂੰ ਸਿਕਿਉਰਿਟੀ ਗਾਰਡ, ਮੈਂ ਇੱਥੇ ਵੀ ਇਹ ਵੀ ਰੀਜ਼ਨ ਬੜਾ ਵੱਡਾ ਹੈ ਵੀ ਬੀਜੇਪੀ ਵੀ ਸ਼ਾਮਲ ਹੁੰਦਾ। ਬਹੁਤ ਸੇ ਲੀਡਰਾਂ ਦਾ ਇਹ ਵੀ ਰੀਜ਼ਨ ਹੁੰਦਾ ਵੀ ਉਹਨੂੰ ਲੱਗਦਾ ਵੀ ਬੀਜੇਪੀ ਸ਼ਾਮਲ ਹੋ ਜਾਓ, ਨਾਲ ਦੇ ਨਾਲ ਤੁਹਾਨੂੰ ਸਿਕਿਉਰਿਟੀ ਗਾਰਡ ਮਿਲ ਜਾਣਗੇ, ਕਿਉਂਕਿ ਫੈਕਟ ਹੈ ਵੀ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੂੰ ਖਤਰਾ ਜ਼ਰੂਰ ਹੁੰਦਾ ਹੈ। ਸੋ ਬਹੁਤ ਸੇ ਲੀਡਰ ਤਾਂ ਬਦੋ-ਬਦੀ ਇਸ ਚੱਕਰ 'ਚ ਬੀਜੇਪੀ ਚਾਹੇ ਵੀ ਘੱਟੋ ਘੱਟ ਸੈਂਟਰ ਦੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਦੇ ਸਾਨੂੰ ਸਿਕਿਉਰਿਟੀ ਗਨਮੈਨ ਤਾਂ ਮਿਲ ਜਾਣਗੇ, ਜਿਹੜੇ ਕਿ ਸ਼ਾਇਦ ਹੁਣ ਉਸ ਮਾਹੌਲ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵਿੱਚ ਮਿਲਣੇ ਥੋੜੇ ਜਿਹੇ ਦੁਰਲਭ ਹੋ ਚੁੱਕੇ ਹੈਗੇ ਨੇ। ਬਹੁਤ ਸੇ ਲੀਡਰ ਇੱਥੇ ਪਿੱਛੇ ਇੱਕ ਲੀਡਰ ਲੋਕਲ ਹੈਗੇ ਨੇ ਜਿਹੜੇ ਪੱਟੀ ਇਲਾਕੇ ਦੇ, ਭੁੱਲਾ ਬਲੇਰ, ਜਿਨ੍ਹਾਂ ਨੂੰ ਗੈਂਗਸਟਰਾਂ ਦਾ ਖਤਰਾ ਵੀ ਰਿਹਾ, ਉਹ ਵੀ ਬੀਜੇਪੀ ਸ਼ਾਮਲ ਹੋ ਗਏ ਨੇ। ਕੈਪਟਨ ਅਮਰਿੰਦਰ ਸਿੰਘ ਬੀਜੇਪੀ ਸ਼ਾਮਲ ਹੋ ਗਏ ਨੇ। ਇਹ ਲੋਕ ਕਿਹੜੀ ਵਿਚਾਰਧਾਰਾਵਾਂ ਦੇ ਚੱਲਦੇ ਪਾਰਟੀਆਂ ਬਦਲ ਰਹੇ ਨੇ, ਜਾ ਰਹੇ ਨੇ, ਇਹ ਚੀਜ਼ ਸਮਝ ਤੋਂ ਪਰੇ ਹੈ। ਬਾਕੀ ਵਿਅਕਤੀਗਤ ਫਾਇਦੇ, ਵਿਅਕਤੀਗਤ ਜਿਹੜੇ ਹਿੱਤ ਹੁੰਦੇ ਨੇ ਰਾਜਨੀਤੀ ਦੇ ਵਿੱਚ, ਆਪਣੇ ਪੋਲੀਟੀਕਲ ਕਰੀਅਰ ਨੂੰ ਸਭ ਨੇ ਇੱਕ ਲੀਡ ਤੇ ਰੱਖਣਾ ਹੁੰਦਾ ਹੈ। ਸੋ ਉਸੇ ਲੜੀ ਦੇ ਵਿੱਚ ਮਨਪ੍ਰੀਤ ਬਾਦਲ ਦੇ ਇਸ ਫੈਸਲੇ ਨੂੰ ਦੇਖਿਆ ਜਾਵੇ। ਬਿਯੋਂਡ ਦੈਟ ਇਹਦਾ ਕੋਈ ਵੱਡਾ ਵਿਚਾਰਧਾਰਕ ਆਧਾਰ ਜਾਂ ਬੇਸ ਹੈ ਨਹੀਂ ਹੈ, ਮੈਂ ਨਹੀਂ ਮੰਨਦਾ ਜੀ। ਰਿਤੇਸ਼ ਜੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੁਸੀਂ ਜ਼ਿਕਰ ਕੀਤਾ, ਕੈਪਟਨ ਅਮਰਿੰਦਰ ਸਿੰਘ ਜਦੋਂ ਲਾਇਆ ਗਿਆ ਸੀ ਕਾਂਗਰਸ ਪਾਰਟੀ ਚੋਂ ਤੇ ਉਹ ਚੋਣਾਂ ਸੀਗੀਆਂ ਤਾਂ ਉਹਨਾਂ ਨੇ ਮਨਪ੍ਰੀਤ ਬਾਦਲ ਤੇ ਵੀ ਉਂਗਲਾਂ ਚੱਕੀਆਂ ਸੀ। ਉਹਨਾਂ ਨੇ ਕਿਹਾ ਸੀ ਵੀ ਮੈਨੂੰ ਸਹੀ ਗਾਈਡ ਨਹੀਂ ਕੀਤਾ ਗਿਆ। ਹੁਣ ਚੰਨੀ ਵੇਲੇ ਪੈਸੇ ਆ ਗਏ, ਜਦੋਂ ਮੇਰਾ ਟੈਨਿਓਰ ਸੀ ਉਦੋਂ ਪੈਸਿਆਂ ਦੀ ਤੰਗੀ ਦਿਖਾਈ ਜਾ ਰਹੀ ਸੀ ਵੀ ਪੈਸੇ ਹੈ ਨਹੀਂ ਗੇ। ਜਦੋਂ ਵੀ ਉਹ ਕੋਈ ਸਕੀਮ ਬਾਰੇ ਗੱਲ ਕਰਦੇ ਸੀ ਉਹਨਾਂ ਨੇ ਬਹੁਤ ਤਿੱਖੇ ਲਫ਼ਜ਼ਾਂ 'ਚ ਮਨਪ੍ਰੀਤ ਬਾਦਲ ਤੇ ਵੀ ਅਟੈਕ ਕੀਤਾ ਸੀ ਤੇ ਹੁਣ ਉਹਨਾਂ ਨੇ ਕੰਗ੍ਰੈਚੁਲੇਸ਼ਨਸ ਵੀ ਕੀਤੀਆਂ, ਨਾਲ ਕਿਹਾ ਵੀ ਮੈਨੀ ਮੋਰ ਟੂ ਕਮ, ਉਹਨਾਂ ਨੇ ਟਵੀਟ ਕੀਤਾ ਇਸ ਗੱਲ ਦੇ। ਤਾਂ ਇਹ ਦੋਨੋਂ ਲੀਡਰ ਜਿਹੜੇ ਹੈ ਆਪਸ ਤਾਲਮੇਲ ਰੱਖ ਸਕਣਗੇ ਭਾਜਪਾ ਦੇ ਅੰਦਰ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੱਦ ਕਾਫੀ ਉੱਚਾ ਹੈ ਭਾਜਪਾ ਦੀ ਪਾਰਟੀ ਦੇ ਅੰਦਰ। ਦੇਖੋ, ਕੈਪਟਨ ਅਮਰਿੰਦਰ ਸਿੰਘ ਬੜੇ ਸੀਜ਼ਨਡ ਪੋਲੀਟੀਸ਼ੀਅਨ ਨੇ। ਆਪਾਂ ਜੇ ਉਹਨਾਂ ਦੀ ਪੂਰੀ ਰਾਜਨੀਤੀ ਨੂੰ ਦੇਖੀਏ ਤਾਂ ਉਹ ਬੜੇ ਸ਼ਰੂਡ ਪੋਲੀਟੀਸ਼ੀਅਨ ਵੀ ਨੇ ਤੇ ਪੋਲੀਟੀਸ਼ੀਅਨ ਵੀ ਨੇ, ਕਿਉਂਕਿ
ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਤੋਂ ਬਾਅਦ ਗੱਦੀ ਤੋਂ ਜਾਂ ਅਹੁਦੇ ਤੋਂ ਲਾਣਾ, ਉਹਨਾਂ ਨੇ ਜੋ ਆਪਣੇ ਕਾਰਜਕਾਲ 'ਚ ਕੰਮ ਗਲਤ ਕੀਤੇ, ਸਹੀ ਕੀਤੇ ਨਹੀਂ ਕੀਤੇ, ਉਹ ਇੱਕ ਵੱਖਰਾ ਵਿਸ਼ਾ ਸੀ। ਲੇਕਿਨ ਜੇ ਆਪਾਂ ਪਾਰਟੀ ਪੱਧਰ ਉੱਤੇ ਗੱਲ ਕਰੀਏ ਤੇ ਇਹਨਾਂ ਲੀਡਰਾਂ ਦਾ ਜਿਹੜੀ ਜੁਗਲੀ ਇਕੱਠੀ ਹੋ ਗਈ ਸੀ, ਜਿਹਨੂੰ ਲੱਗ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਾਰਾ ਦਾ ਸਾਰਾ ਨਲਾਇਕੀ ਦਾ ਤੇ ਨਾਕਾਮਯਾਬੀ ਦਾ, ਆਪਣੇ 4.5 ਸਾਲਾਂ ਦੀ ਕਾਰਗੁਜ਼ਾਰੀ ਦਾ, ਆਪਣੇ ਮੰਤਰੀਆਂ ਦੇ ਵੀ ਸਭ ਨੇ ਜੁਗਲੀ ਇਕੱਠੀ ਹੋ ਕੇ ਕਿਹਾ ਵੀ ਨਜਲਾ ਕੈਪਟਨ ਅਮਰਿੰਦਰ ਸਿੰਘ ਤੇ ਸਿੱਟਤਾ ਤੇ ਉਹਦਾ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈਣੀ ਪੈਣੀ ਸੀ। ਲੇਕਿਨ ਉਸ ਵਕਤ ਸਾਰੇ ਇਕੱਠੇ ਹੋ ਗਏ, ਬਾਅਦ ਦੇ ਵਿੱਚ ਉਹੀ ਲੀਡਰ ਇੱਕ ਕਰਕੇ ਹੁਣ ਬੀਜੇਪੀ ਪਿੱਛੇ ਜਾ ਰਹੇ ਨੇ ਤੇ ਭਵਿੱਖ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਮੈਨੀ ਮੋਰ ਟੂ ਕਮ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਮੈਨੀ ਮੋਰ ਟੂ ਕਮ ਦਾ ਮਤਲਬ ਇਹ ਹੈ ਕਿ ਵੀ ਹੁਣ, ਮੈਂ ਤਾਂ ਇੱਕ ਵਾਰ ਉਹਨਾਂ ਨੇ ਟਵੀਟ ਪੜ੍ਹ ਕੇ ਮੈਨੂੰ ਲੱਗਾ ਸੀ ਉਹ ਸ਼ਾਇਦ ਇਹ ਤਾਂ ਨਹੀਂ ਕਹਿ ਰਹੇ ਵੀ ਮਨਪ੍ਰੀਤ ਬਾਦਲ ਲਈ ਮੈਨੀ ਮੋਰ ਟੂ ਕਮ, ਵੀ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਸੀ, ਫਿਰ ਪੀਪੀਪੀ ਉਹਨਾਂ ਨੇ ਬਣਾਈ, ਫਿਰ ਉਸ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਹੁਣ ਬੀਜੇਪੀ ਵੀ ਸ਼ਾਮਲ ਹੋ ਜਾਂਦੇ ਨੇ, ਤੇ ਉਹਨਾਂ ਨੇ ਮੈਨੀ ਮੋਰ ਟੂ ਕਮ ਦਾ ਮਤਲਬ ਇਹ ਨਹੀਂ ਵੀ ਕਦੀ ਹੋਰ ਪਾਰਟੀ ਬਦਲਣੀ ਹੈ, ਲੇਕਿਨ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਬੀਜੇਪੀ ਦੇ ਵਿੱਚ ਅਜੇ ਹੋਰ ਲੀਡਰਾਂ ਨੇ ਦਾ ਆਣਾ ਬਾਕੀ ਹੈ। ਸੋ ਬਾਕੀ ਕੋਈ ਐਸੀ ਗੱਲ ਨਹੀਂ ਹੈ ਰਾਜਨੀਤੀ ਦੇ ਵਿੱਚ। ਉਹ ਕਹਿੰਦੇ ਵੀ ਕਿਸੇ ਨੂੰ ਵੀ ਆਪਣਾ ਸਾਥੀ ਬਣਾਇਆ ਜਾ ਸਕਦਾ, ਕਿਸੇ ਨੂੰ ਵੀ ਗੁਰੂ ਬਣਾਇਆ ਜਾ ਸਕਦਾ ਹੈ, ਲੋੜ ਪਵੇ ਤਾਂ ਇਸ ਦਾ ਵੀ ਚੇਲਾ ਬਣਾਇਆ ਜਾ ਸਕਦਾ ਹੈ। ਸੋ ਇਸ ਲਿਹਾਜ਼ ਨਾਲ ਨਾ ਤਾਂ ਮਨਪ੍ਰੀਤ ਬਾਦਲ ਉਹਦੇ ਇੱਕ ਆਪਾਂ ਕਹਿ ਸਕਦੇ ਕਿ ਇਮੈਚੁਰ ਪੋਲੀਟੀਸ਼ੀਅਨ ਹੈ, ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਆਪ ਵਿੱਚ ਮੈਚੁਰ ਨੇ। ਇਹਨਾਂ ਨੇ ਸਾਰਿਆਂ ਨੇ ਆਪਣੇ ਝਗੜੇ ਰੀਕਨਸਾਈਲ ਕਰਨੇ ਨੇ। ਜਦੋਂ ਸੱਤਾ ਦੇ ਵਿੱਚ ਆਉਣ ਦੀ ਲਾਲਸਾ ਹੋਵੇ, ਆਪਣੇ ਸਿਆਸੀ ਜਿਹੜੇ ਕਰੀਅਰ ਨੇ ਜੋ ਕਿ ਖਤਮ ਹੁੰਦੇ ਹੋਏ ਨਜ਼ਰ ਆ ਰਹੇ ਸੀ ਅੱਜ ਤੋਂ 1.5 ਸਾਲ ਪਹਿਲਾਂ ਤੱਕ, ਜਦੋਂ ਉਹ ਦਾਅ ਦੇ ਉੱਤੇ ਲੱਗੇ ਹੋਣ ਤਾਂ ਫਿਰ ਪਾਰਟੀਆਂ ਬਦਲਣਾ ਤਾਂ ਬਹੁਤ ਛੋਟੀ ਜਿਹੀ ਗੱਲ ਰਹਿ ਜਾਂਦੀ ਹੈ ਤੇ ਇੱਕ ਦੂਸਰੇ ਦੇ ਨਾਲ ਕੰਮ ਕਰਨ ਦੀ ਗੱਲ ਰਹੀ, ਉਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਆਣੀ ਹੈ। ਹੁਣ ਇੱਕ ਕਿਸ਼ਤੀ ਸਵਾਰ ਹੈਗੇ ਨੇ। ਬਾਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਤੋਂ ਵੱਡਾ ਲੀਡਰ ਨਰਿੰਦਰ ਮੋਦੀ ਹੈ। ਸੋ ਇਹਨਾਂ ਲੀਡਰਾਂ ਦਾ ਉਸ ਨਰਿੰਦਰ ਮੋਦੀ ਦੀ ਛਤਰੀ ਦੇ ਹੇਠਾਂ, ਉਸ ਸਾਏ ਦੇ ਹੇਠਾਂ ਆ ਜਾਣਾ, ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਪੰਜਾਬ ਦੀ ਇੱਕ ਐਡੀ ਹਾਈ ਵੋਲਟ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਰਹੀ ਹੈ, ਜਿਸ ਦੇ ਵਿੱਚ ਸਾਰੇ ਹੀ ਆਪਣੇ ਆਪਣੇ ਚੌਧਰੀ ਬਣ ਕੇ ਬੈਠੇ ਰਹੇ ਨੇ, ਸਭ ਦੀਆਂ ਆਪਣੀਆਂ ਆਪਣੀਆਂ ਈਗੋਜ਼ ਨੇ, ਸਭ ਦੇ ਆਪਣੇ ਆਪਣੇ ਜਿਹੜੇ ਨਖਰੇ ਹੈਗੇ ਨੇ, ਸਿਆਸੀ ਨਖਰੇ ਹੈਗੇ ਨੇ। ਹੁਣ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਵੇਂ ਕਿਵੇਂ ਚਲਾ ਪਾਣਗੇ, ਕਿਉਂਕਿ ਫਰਕ ਹੈ ਕਾਂਗਰਸ ਦੀ ਤੇ ਪਾਰਟੀ ਦੀ ਲੀਡਰਸ਼ਿਪ, ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ। ਕਾਂਗਰਸ ਦੇ ਵਿੱਚ ਇੱਕ ਵੀਕ ਲੀਡਰਸ਼ਿਪ ਹੈ। ਰਾਹੁਲ ਗਾਂਧੀ, ਸੋਨੀਆ ਗਾਂਧੀ ਕੌਮੀ ਪੱਧਰ ਉੱਤੇ ਆਪਣੀ ਲੀਡਰਸ਼ਿਪ ਨੂੰ ਐਸਰਟ ਕਰਨ ਦੇ ਵਿੱਚ ਕਮਜ਼ੋਰ ਸਾਬਤ ਹੋਏ ਨੇ। ਓਵਰ ਅ ਪੀਰੀਅਡ ਆਫ ਟਾਈਮ ਉਹ ਬਹੁਤ ਕਮਜ਼ੋਰ ਸਾਬਤ ਹੋਏ ਨੇ ਤੇ ਇਹਨੂੰ ਸਿਰਫ ਆਪਾਂ ਪੰਜਾਬ ਕਾਂਗਰਸ ਦੀ ਜਿਹੜੀ ਇਹ ਨਿਗਾਰ ਹੈ, ਇਸ ਦੇ ਵਿੱਚ ਜਿਹੜੀ ਤੋੜ-ਫੋੜ ਹੋ ਰਹੀ ਹੈ, ਇਸ ਨਜ਼ਰੀਏ ਤੋਂ ਨਾ ਵੇਖੀਏ, ਬਲਕਿ ਹੋਰ ਬਹੁਤ ਸੇ ਰਾਜਾਂ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਤੇ ਬਹੁਤ ਵੱਡੇ ਜਿਹੜੇ ਲੀਡਰ ਨੇ ਕਾਂਗਰਸ ਛੱਡ ਕੇ ਗਏ ਨੇ। ਸਿੱਧਾ ਠੀਕਰਾ ਉਹਨਾਂ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਜਾਂ ਉਹਨਾਂ ਦੀ ਮੈਚੁਰਿਟੀ ਜਾਂ ਉਹਨਾਂ ਦੀ ਪਾਰਟੀ ਨੂੰ ਨਾ ਸੰਗਠਿਤ ਤੌਰ ਤੇ ਲੈ ਕੇ ਅੱਗੇ ਵੱਧ ਪਾਉਣ ਦੀ ਜਿਹੜੀ ਕਾਬਲੀਅਤ ਹੈ ਜਾਂ ਨਾ ਕਾਬਲੀਅਤ ਹੈ, ਉਸ ਉੱਤੇ ਫੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਹੱਦ ਤੱਕ ਫੈਕਟ ਵੀ ਹੈ। ਸੋ ਕਾਂਗਰਸ ਦੀ ਲੀਡਰਸ਼ਿਪ ਦਾ ਮਜ਼ਬੂਤ ਨਾ ਹੋਣਾ ਤੇ ਬੀਜੇਪੀ ਦੀ ਲੀਡਰਸ਼ਿਪ ਦਾ ਰੌਕ ਸਟਰੋਂਗ ਹੋਣਾ, ਇਨ ਦ ਸੈਂਸ ਕਿ ਨਰਿੰਦਰ ਮੋਦੀ ਨੂੰ ਅੱਜ ਕੋਈ ਚੈਲੰਜ ਨਹੀਂ ਹੈ ਬੀਜੇਪੀ ਦੇ ਵਿੱਚ। ਸੋ ਉਹਨਾਂ ਦੇ ਸਾਹਮਣੇ ਸਾਰੇ ਦੇ ਸਾਰੇ ਲੀਡਰ ਬੜੇ ਬੌਣੇ ਨੇ, ਬਹੁਤ ਛੋਟੇ ਨੇ। ਸੋ ਇਹਨਾਂ ਨੂੰ ਤਾਂ ਆਪਣੇ ਆਪਣੇ ਰਾਜਾਂ ਦੇ ਵਿੱਚ ਛੋਟਾ ਇਹਨਾਂ ਦਾ ਜਿਹਨੂੰ ਕਹਿੰਦੇ ਟੁਕੜੇ ਮਿਲ ਜਾਣ, ਪਾਈਜ਼ ਆਫ ਪਾਰ ਮਿਲ ਜੇ। ਸੋ ਮੈਨੂੰ ਲੱਗਦਾ ਦੇ ਵਿਲ ਬੀ ਹੈਪੀ ਇਨਫ। ਤੇ ਇਸ ਕਰੀਅਰ ਦੇ ਫੈਗ ਐਂਡ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਕੀ ਚਾਹੀਦਾ ਹੈ। ਮਨਪ੍ਰੀਤ ਬਾਦਲ ਤਾਂ ਹਮੇਸ਼ਾ ਹੀ ਸੱਤਾਧਾਰੀ ਪਾਰਟੀਆਂ ਦੇ ਵਿੱਚ ਇੱਕ ਐਡਵਾਂਟੇਜਸ ਪੋਜੀਸ਼ਨ ਤੇ ਰਹਿਣ ਦੇ ਮਾਹਰ ਨੇ। ਸੋ ਉਹ ਵੀ ਚਾਹੁੰਦੇ ਨੇ ਵੀ ਕਿ ਇਸ ਕਿਸ਼ਤੀ ਦੇ ਉੱਤੇ ਬੈਠ ਕੇ ਉਹਨਾਂ ਦੀ ਵੀ ਜਿਹੜੀ ਬੇੜੀ ਹੈ ਉਹ ਅੱਗੇ ਤਰ ਜਾਏ। ਸੋ ਪੋਲਿਟਿਕਸ ਦਾ ਦੂਸਰਾ ਨਾਮ ਹੀ ਅਪੋਰਚੁਨਿਜ਼ਮ ਤੇ ਮੌਕਾ ਪਰਸਤੀ ਹੈ, ਤੇ ਉਹ ਮੌਕਾ ਪਰਸਤੀ ਦੇ ਵਿੱਚ ਆਪਾਂ ਇਹਨਾਂ ਪੋਲੀਟੀਸ਼ੀਅਨ ਨੂੰ ਕਿੰਨਾ ਭੰਡ ਲਈਏ, ਕਿੰਨਾ ਕਿ ਇਹਨਾਂ ਨੂੰ ਕਹਿ ਲਈਏ ਕਿ ਚੰਗਾ ਕੀਤਾ ਮਾੜਾ ਕੀਤਾ, ਜੋ ਉਹਨਾਂ ਨੂੰ ਠੀਕ ਲੱਗ ਰਿਹਾ ਆਪਣੇ ਕਰੀਅਰ ਦੇ ਹਿਸਾਬ ਨਾਲ ਉਹਨਾਂ ਲੋਕਾਂ ਨੇ ਕੀਤਾ ਤੇ ਕਰ ਰਹੇ ਨੇ। ਜੀ ਰਿਤੇਸ਼ ਜੀ, ਅਕਾਲੀ ਦਲ ਦੀ ਵੀ ਜੇ ਇੱਥੇ ਜ਼ਿਕਰ ਕੀਤਾ ਜਾਵੇ, ਕਿਉਂਕਿ ਪਹਿਲਾਂ ਸਾਬਕਾ ਅਕਾਲੀ ਦਲ ਦੇ ਵੀ ਲੀਡਰ ਰਹਿ ਚੁੱਕੇ ਨੇ, ਬਾਦਲ ਪਰਿਵਾਰ ਨਾਲ ਵੀ ਤਾਲੁਕਾਤ ਨੇ, ਕਿਤੇ ਨਾ ਕਿਤੇ ਗੱਲ ਆਉਂਦੀ ਹੈ ਵੀ ਬੈਕ ਦ ਡੋਰਸ, ਬਿਹਾਈਂਡ ਦ ਡੋਰਸ ਭਾਜਪਾ ਤੇ ਅਕਾਲੀ ਦਲ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਵੀ ਫਿਰ ਤੋਂ ਗੱਠਜੋੜ ਕੀਤਾ ਜਾ ਸਕਦਾ ਇਹ ਜੀ ਗੱਲਾਂ। ਤਾਂ ਮਨਪ੍ਰੀਤ ਬਾਦਲ ਦੇ ਭਾਜਪਾ 'ਚ ਆਉਣ ਨਾਲ ਇਸ ਸਾਰੀ ਜਿਹੜੀ ਇਕੁਏਸ਼ਨ ਹੈ ਉਸ ਤੇ ਕਿੰਨਾ ਕੁ ਅਸਰ ਪਊਗਾ ਹੈਗਾ? ਪਹਿਲਾਂ ਵੀ ਭਾਈਵਾਲ ਪਾਰਟੀਆਂ ਰਹੀਆਂ, ਇਹਦਾ ਕੋਈ ਉਹ ਨਹੀਂ ਹੈਗਾ ਵੀ ਹੁਣ ਸਾਰੀ ਉਮਰ ਹੀ ਭਾਈਵਾਲ ਨਹੀਂ ਰਹਿਣਗੇ ਜੇ ਗੱਠਜੋੜ ਟੁੱਟਿਆ? ਇਹ ਤੇ ਬੜੀ ਵੱਡਾ ਕੁਐਸਚਨ ਹੋਏਗਾ, ਕਿਉਂਕਿ ਇਹ ਤਾਂ ਉਸੇ ਵਕਤ ਹੋਏਗਾ ਵੈਨ ਦੇ ਕ੍ਰਾਸ ਦ ਬ੍ਰਿਜ, ਕਿਉਂਕਿ ਇਹ ਕਿਆਸ ਚੱਲਦੇ ਪਏ ਹੈਗੇ ਨੇ ਤੇ ਮੰਨਿਆ ਜਾ ਰਿਹਾ, ਇਹ ਪੋਲੀਟੀਕਲ ਜਿਹੜੇ ਜਾਣਕਾਰ ਵੀ ਹੈਗੇ ਨੇ ਜਾਂ ਪੰਡਤ ਜਿਹਨੂੰ ਕਹਿ ਸਕਦੇ ਹੈਗੇ ਨੇ, ਉਹਨਾਂ ਦਾ ਮੰਨਣਾ ਹੈ ਵੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਭਵਿੱਖ ਇੱਕ ਦੂਸਰੇ ਤੋਂ ਅਲੱਗਾ ਰਹਿ ਕੇ ਹੈ ਨਹੀਂ ਪੰਜਾਬ ਦੇ ਵਿੱਚ, ਰਾਜਨੀਤੀ ਦੇ ਵਿੱਚ, ਇਲੈਕਟੋਰਲ ਪੋਲਿਟਿਕਸ ਦੇ ਵਿੱਚ ਬਚਦਾ ਨਹੀਂ। ਸੋ ਇਸ ਚੀਜ਼ ਨੂੰ ਦੋਵੇਂ ਪਾਰਟੀਆਂ ਕਿੰਨਾ ਹੋਰ ਸਮਾਂ ਲੈਣਗੀਆਂ ਰਿਅਲਾਈਜ਼ ਕਰਨ ਲਈ, ਕੌਣ ਕਿੰਨਾ ਚੁੱਕੇਗਾ। ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਛੋਟਾ ਭਰਾ ਮੰਨਣ ਵਾਲੀ ਅਕਾਲੀ ਦਲ ਹੁਣ 50-50 ਜਾਂ ਬੀਜੇਪੀ ਦੀ ਲੀਡਰਸ਼ਿਪ ਦੇ ਹੇਠ ਪੰਜਾਬ ਦੇ ਵਿੱਚ ਗੱਠਜੋੜ ਕਰਨ ਲਈ ਤਿਆਰ ਹੋ ਸਕਦੀ ਹੈ।
ਜੋ ਹਾਲਤ ਤਰਸਯੋਗ ਹਾਲਤ ਅਕਾਲੀ ਦਲ ਦੀ ਹੋਈ ਹੈ, ਜੋ ਬੁਰੀ ਹਾਲਤ ਅਕਾਲੀ ਦਲ ਦੀ ਅੰਡਰ ਦ ਲੀਡਰਸ਼ਿਪ ਔਰ ਅੰਡਰ ਦ ਪ੍ਰੈਜ਼ੀਡੈਂਟਸ਼ਿਪ ਆਫ ਸੁਖਬੀਰ ਬਾਦਲ ਪਿਛਲੇ ਤਕਰੀਬਨ 4-5 ਸਾਲਾਂ ਦਰਮਿਆਨ ਹੋਈ ਹੈ, ਉਸ ਤੋਂ ਬਾਅਦ ਪਾਰਟੀ ਕੋਲ ਇੰਜ ਲੱਗ ਰਿਹਾ ਹੈ ਜਾਂ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਕੋਲ ਕੋਈ ਰਾਹ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੋਲ ਜਾਣਾ ਹੀ ਪੈਣਾ ਉਹਨਾਂ ਨੂੰ ਵਾਪਸ ਉਸ ਜਿਹੜਾ ਧਾਰਮਿਕ ਜਾਂ ਫਿਰਕੂ ਕੰਬੀਨੇਸ਼ਨ ਸੀ ਹਿੰਦੂਆਂ ਦਾ ਤੇ ਸਿੱਖਾਂ ਦਾ, ਉਸ ਨੂੰ ਲੈ ਕੇ ਹੀ ਅੱਗੇ ਵੱਧ ਸਕਣਗੇ। ਅਦਰਵਾਈਜ਼ ਇਹਨਾਂ ਦਾ ਸੱਤਾ ਦਾ ਮੂੰਹ ਦੁਬਾਰਾ ਵੇਖਣਾ ਸੰਭਵ ਹੀ ਨਹੀਂ ਹੈ, ਇਹ ਲੋਕ ਮੰਨਦੇ ਨੇ, ਰਾਈਟ। ਸੋ ਉਸ ਸਿਚੁਏਸ਼ਨ ਦੇ ਵਿੱਚ ਜੇ ਕਦੇ ਇਕੱਠੇ ਆ ਜਾਂਦੇ ਨੇ ਤਾਂ ਫਿਰ ਮਨਪ੍ਰੀਤ ਬਾਦਲ ਵਰਗਿਆਂ ਦਾ ਕੀ ਹੋਏਗਾ, ਕਿਉਂਕਿ ਮਨਪ੍ਰੀਤ ਬਾਦਲ ਦੀ ਵੀ ਜਿਹੜੀ ਲੜਾਈਆਂ ਹੈਗੀਆਂ ਉਹ ਜ਼ਿਆਦਾਤਰ ਸ਼ਰੀਕੇ ਦੀਆਂ ਲੜਾਈਆਂ ਰਹੀਆਂ ਨੇ, ਵਿਅਕਤੀਗਤ ਝਗੜੇ ਰਹੇ ਨੇ, ਲੋਕਲ ਲੈਵਲ ਦੀ ਪੋਲਿਟਿਕਸ ਤੋਂ ਉੱਪਰੇ ਹੋਏ ਕਾਰਨਾਂ ਕਰਕੇ ਉਹਨਾਂ ਨੇ ਬੜੇ ਵੱਡੇ ਸੋ ਕਾਲਡ ਆਈਡੀਓਲੋਜੀਕਲ ਸ਼ਿਫਟ ਲਏ ਹੈਗੇ ਨੇ, ਅਲੱਗ-ਅਲੱਗ ਪਾਰਟੀਆਂ ਛੱਡੀਆਂ ਤੇ ਜੁਆਇਨ ਕੀਤੀਆਂ ਹੈਗੀਆਂ ਨੇ। ਸੋ ਉਹ ਤਾਂ ਜਦੋਂ ਸਥਿਤੀ ਆਏਗੀ ਉਸ ਵਕਤ ਹੀ ਪਤਾ ਲੱਗੇਗਾ। ਲੇਕਿਨ ਇੱਕ ਵੇਖਣ ਵਾਲੀ ਗੱਲ ਹੋਏਗੀ ਕਿ ਜੇ ਅਜਿਹਾ ਕੰਬੀਨੇਸ਼ਨ ਬਣਦਾ ਹੈ ਜਾਂ ਦੁਬਾਰਾ ਕਦੇ ਅਜਿਹੀ ਸਥਿਤੀ ਆਂਦੀ ਹੈ ਤਾਂ ਫਿਰ, ਕਿਉਂਕਿ ਆਪਾਂ ਵੀ ਔਨ ਰਿਕਾਰਡ ਹੀ ਹਾਂ, ਕੱਲ ਨੂੰ ਦੁਬਾਰਾ ਵੀ ਆਪਾਂ ਨੂੰ ਕਦੇ ਭਵਿੱਖ ਦੇ ਵਿੱਚ ਮੌਕਾ ਮਿਲ ਸਕਦਾ ਇਸ ਵਿਸ਼ੇ ਉੱਤੇ ਚਰਚਾ ਕਰਨ ਦਾ। ਸੋ ਆਪਾਂ ਇਸ ਚੀਜ਼ ਨੂੰ ਆਪਾਂ ਇਹ ਰਿਕਾਰਡ ਤੇ ਰੱਖਾਂਗੇ ਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਇਹ ਸਾਰੇ ਦੇ ਸਾਰੇ ਇੱਕ ਹੀ ਖੇਮੇ, ਇੱਕ ਹੀ ਪਾਰਟੀ ਦੇ ਵਿੱਚ ਸ਼ਾਮਲ ਹੋਣ। ਸੋ that will be a very interesting combination if and ever it comes across। ਜੀ ਤਾਂ ਬੀਜੇਪੀ ਪੰਜਾਬ ਦੇ ਅੰਦਰ ਬੜੀ ਗੱਲ ਸਾਫ਼ ਹੈ, ਜ਼ੋਰਾਂ ਸ਼ੋਰਾਂ ਨਾਲ ਵੱਧ ਰਹੀ। ਅਮਿਤ ਸ਼ਾਹ ਵੀ ਕਹਿ ਲਓ ਵੀ ਅਗਲੀ ਜਿਹੜੇ ਸਾਲ ਦੀ ਚੋਣ ਹੋਣੀ ਹੈ ਲੋਕ ਸਭਾ ਦੀ, ਉਹਦੀ ਵੀ ਜਿਹੜਾ ਇੱਕ ਤਰ੍ਹਾਂ ਤੋਂ ਚੁਣਾਵੀ ਬਿਗਲ ਪਟਿਆਲੇ ਤੋਂ ਵਜਾਉਣਗੇ, ਕਿਉਂਕਿ ਪਟਿਆਲੇ ਦਾ ਉਹ ਦੌਰਾ ਕਰ ਰਹੇ ਨੇ ਤੇ ਇਹ ਵੀ ਕਿਆ ਸਰਾਈਆਂ ਆ ਰਹੀਆਂ ਵੀ ਮਹਾਰਾਣੀ ਪ੍ਰਨੀਤ ਕੌਰ ਦੀ ਥਾਂ ਹੁਣ ਬੀਬਾ ਜੈਇੰਦਰ ਕੌਰ ਨੂੰ ਦਿੱਤੀ ਜਾਵੇਗੀ। ਤਾਂ ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈਗੀ ਹੈ ਪੰਜਾਬ ਦੇ ਅੰਦਰ। ਤਾਂ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਇਹ ਐਕਟੀਵਿਟੀਜ਼ ਹੋਰ ਵੀ ਤੇਜ਼ ਕਰ ਦੇਣਗੇ? ਨਹੀਂ, ਦੇਖੋ ਬੀਜੇਪੀ ਬਹੁਤ ਸਹੀ ਆਪਣੇ ਕੰਬੀਨੇਸ਼ਨ ਖੇਡ ਰਹੀ ਹੈ, ਕਿਉਂਕਿ ਬੀਜੇਪੀ ਨੂੰ ਲੀਡਰਸ਼ਿਪ ਉਹਦੀ ਉੱਪਰ ਨਹੀਂ ਦਿੱਤੀ ਗਈ। 24 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਕੰਬੀਨੇਸ਼ਨ ਰਿਹਾ ਤੇ ਬੀਜੇਪੀ ਨੂੰ ਇੱਕ ਸੈਕੰਡ ਰੇਟ ਜਾਂ ਸੈਕੰਡ ਰੰਗ ਦੇ ਲੀਡਰ ਲੈ ਕੇ ਤੁਰਨੇ ਪਏ ਨੇ। ਮਨੋਰੰਜਨ ਕਾਲੀਆ ਵਰਗੇ, ਤੀਕਸ਼ਣ ਸੂਦ ਵਰਗੇ, ਕੋਈ ਅਜਿਹਾ ਸਿਰਕੱਢ ਆਗੂ ਉੱਭਰ ਹੀ ਨਹੀਂ ਪਾਇਆ ਇੰਨੇ ਸਾਲਾਂ ਦੇ ਦਰਮਿਆਨ। ਸੋ ਲੀਡਰ ਸੀ ਜਿਹੜੇ ਆਪਣੀ ਕਨਸਟੀਚੁਐਂਸੀਆਂ ਤੱਕ ਮਹਿਦੂਦ ਹੋ ਗਏ। ਮੈਨੂੰ ਜਿਹੜਾ ਲਾਸਟ ਲੀਡਰ ਇਹਨਾਂ ਵਿੱਚੋਂ ਥੋੜਾ ਜਿਹਾ ਪ੍ਰਭਾਵਸ਼ਾਲੀ ਜਿਹਨੇ ਸਰਕਾਰ ਦੇ ਵਿੱਚ ਆਪਣੇ ਨੂੰ ਅਸਰਟ ਕੀਤਾ, ਮਨੋਰੰਜਨ ਕਾਲੀਆ ਨਜ਼ਰ ਆਉਂਦੇ ਨੇ। ਉਸ ਤੋਂ ਇਲਾਵਾ ਮੈਂ ਅੱਗੇ ਪਿੱਛੇ ਕੋਈ ਲੀਡਰ ਨਹੀਂ ਦੇਖੇ ਜਿਹੜੇ ਕਿ ਅਕਾਲੀ ਦਲ ਦੇ ਨਾਲ, ਉਹਦੇ ਲੀਡਰਸ਼ਿਪ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਵੇਖ ਸਕਦੇ। ਸੋ ਬੀਜੇਪੀ ਨੂੰ ਇੱਕ ਫਸਟ ਜਿਹੜੇ ਰੰਗ ਦੇ ਲੀਡਰ ਕਹਿੰਦੇ ਨੇ, ਪਹਿਲੀ ਪੰਕਤੀ ਦੇ ਲੀਡਰ ਜਿਹਨਾਂ ਨੂੰ ਕਿਹਾ ਜਾ ਸਕਦਾ ਹੈ, ਪਹਿਲੀ ਲੜੀ ਦੇ ਲੀਡਰ ਨੇ, ਉਹ ਹੁਣ ਮਿਲਣੇ ਸ਼ੁਰੂ ਹੋ ਚੁੱਕੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਇਹ ਸਾਰੇ ਲੀਡਰ ਦਾ ਤਜਰਬੇਕਾਰ ਹੀ ਨੇ। ਬੇਸ਼ੱਕ ਪੰਜਾਬ ਲਈ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਇੱਕ ਸਵਾਲਾਂ ਦਾ ਉਹ ਸਵਾਲ ਹੋ ਸਕਦਾ ਹੈ, ਲੇਕਿਨ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਕਿ 2.5 ਦਹਾਕੇ ਤੱਕ ਅਕਾਲੀ ਦਲ ਦੇ ਜਿਹੜਾ ਕਹਿ ਲਈਏ ਅਕਾਲੀ ਦਲ ਦਾ ਸਾਇਆ ਸੀਗਾ ਜਾਂ ਪਰਛਾਵਾਂ ਸੀਗਾ, ਉਹਦੇ ਹੇਠ ਉਹਨਾਂ ਦੀ ਗਰੋਥ ਨਹੀਂ ਹੋ ਪਾਈ। ਉਹ ਪਾਰਟੀ ਇਸ ਵਕਤ ਫਟਾਫਟ ਲੀਡਰ ਐਕਵਾਇਰ ਕਰਨ ਦੇ ਮੋੜ 'ਚ ਆਈ ਹੋਈ ਹੈ ਤੇ ਉਹਨੇ ਖੱਬਿਓ ਸੱਜੋ ਜਿਹੜਾ ਵੀ ਉਹਨੂੰ ਲੀਡਰ ਮਿਲਦਾ ਪਿਆ, ਜਿਹਦੇ ਸਿਰ ਤੇ ਪੱਗ ਹੈਗੀ ਇਸ ਵਕਤ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦਾ ਇੱਕ ਪ੍ਰੋਸਪੈਕਟਿਵ ਸਟਰੋਂਗ ਲੀਡਰ ਹੈ ਤੇ ਉਹਨੂੰ ਲੈ ਵੀ ਰਹੇ ਨੇ। ਸੋ ਉਹਨਾਂ ਨੂੰ ਬਹੁਤ ਮਜ਼ਬੂਤ ਲੀਡਰ ਮਿਲਦੇ ਪਏ ਨੇ। ਕਾਂਗਰਸ 'ਚੋਂ ਟੁੱਟ ਕੇ ਅਜਿਹੇ ਲੀਡਰ ਜਿਨ੍ਹਾਂ ਦੀ ਪਕੜ ਆਪਣੀ ਫੀਲਡ ਦੇ ਵਿੱਚ ਵੀ ਹੈ, ਲੋਕਾਂ ਦੇ ਵਿੱਚ ਉਹਨਾਂ ਦੀ ਸਮਝ ਵੀ ਹੈ, ਪਛਾਣ ਵੀ ਹੈ, ਪੈਨ ਪੰਜਾਬ ਲੈਵਲ ਦੇ ਲੀਡਰ ਜਾਣੇ ਵੀ ਜਾਂਦੇ ਹੈਗੇ ਨੇ। ਸੋ ਬੀਜੇਪੀ ਦੇ ਪੱਤੇ ਬਿਲਕੁਲ ਠੀਕ ਬੈਠ ਰਹੇ ਨੇ ਤੇ ਉਹ ਆਪਣੇ ਕਾਰਡ ਬਿਲਕੁਲ ਠੀਕ ਖੇਡ ਰਹੀ ਹੈ ਤੇ ਉਹਦੇ ਲਈ ਇਹ ਜ਼ਰੂਰੀ ਇਸ ਵਾਸਤੇ ਵੀ ਸੀ ਕਿਉਂਕਿ ਤੁਸੀਂ ਓਵਰਨਾਈਟ ਤੁਸੀਂ 2021 ਦੇ ਵਿੱਚ ਇਹਨਾਂ ਦਾ ਸਮਝੌਤਾ ਕਿਸਾਨੀ ਅੰਦੋਲਨ ਦੇ ਚੱਲਦੇ ਅਕਾਲੀ ਦਲ ਦੇ ਨਾਲ ਟੁੱਟਿਆ ਹੈ। ਤੁਸੀਂ ਕਹੋ ਜੀ 1-2 ਸਾਲਾਂ ਦੇ ਵਿੱਚ ਕੋਈ ਪਾਰਟੀ ਲੀਡਰਸ਼ਿਪ ਆਪਣੀ ਖੜੀ ਕਰ ਲਏ, ਨਵੀਂ ਪਨੀਰੀ ਤਿਆਰ ਕਰ ਦੇਵੇ, ਇਹ ਸੰਭਵ ਹੀ ਨਹੀਂ ਹੈ। ਸੋ ਲੀਡਰ ਤਾਂ ਓਵਰ ਅ ਪੀਰੀਅਡ ਆਫ ਟਾਈਮ ਉੱਭਰਦਾ ਹੈ, ਕਈ ਦਹਾਕਿਆਂ ਤੋਂ ਇਹ ਲੀਡਰ ਉੱਭਰ ਰਹੇ ਨੇ। ਸੋ ਅੱਜ ਜਿਵੇਂ ਕਹਿੰਦੇ ਨੇ ਕਾਰਪੋਰੇਟ ਜਗਤ ਦੇ ਵਿੱਚ ਇਸ ਵਕਤ ਜਿਹੜਾ ਇਕਨੋਮਿਕ ਗਲੋਬਲ ਆਰਡਰ ਹੈ ਉਹਦੇ ਵਿੱਚ ਵੀ ਵੱਡੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਐਕਵਾਇਰ ਕਰਦੀਆਂ ਨੇ। ਐਕੁਜੀਸ਼ਨ ਵਾਲਾ ਮਾਡਲ ਆ ਚੁੱਕਾ। ਇੱਥੇ ਮੁਕਾਬਲਿਆਂ ਦੇ ਵਿੱਚ ਅੱਗੇ ਵੱਧ ਕੇ ਮੈਰਿਟ ਦੇ ਉੱਤੇ ਅੱਗੇ ਨਹੀਂ ਆਉਂਦਾ ਅੱਜ ਕੱਲ ਕੋਈ। ਅੱਜ ਕੱਲ ਤਾਂ ਕਹਿੰਦਾ ਵੀ ਚਲਦੇ ਚਲਾਏ ਬਿਜ਼ਨਸ ਨੂੰ ਖਰੀਦ ਲਓ, ਚਲਦੇ ਚਲਾਏ ਲੀਡਰ ਨੂੰ ਆਪਣੀ ਝੋਲੀ 'ਚ ਪਾ ਲਓ ਤੇ ਉਹਦੇ ਨਾਲ ਜਿੰਨੇ ਵੀ ਚੰਗਾ ਤੇ ਮਾੜਾ ਹੈਗਾ ਪੱਖ ਉਹ ਤੁਹਾਨੂੰ ਨਾਲ ਲੈਣਾ ਪੈਂਦਾ ਹੈ। ਜਿਹਦਾ ਜਿੰਨਾ ਚੰਗਾ ਪੱਖ ਹੈ ਉਹਦੇ ਕੋਲ ਆ ਜਾਂਦਾ। ਸੋ ਬੀਜੇਪੀ ਉਸ ਮਕਸਦ ਦੇ ਵਿੱਚ ਕਾਮਯਾਬ ਹੋਈ ਹੈ, ਉਸਨੂੰ ਇੱਕ ਬਣਿਆ ਬਣਾਇਆ ਲੀਡਰਸ਼ਿਪ ਦਾ ਬੇਸ ਹੈ ਤੇ ਅੱਜ ਸਭ ਤੋਂ ਜ਼ਿਆਦਾ ਲੋੜ ਜਿਹੜੀ ਸੋਚਣ ਦੀ ਹੈ ਉਹ ਕਾਂਗਰਸ ਪਾਰਟੀ ਨੂੰ ਹੈਗੀ ਹੈ ਕਿ ਉਹ ਕਿਸ ਪਾਸੇ ਜਾ ਰਹੀ ਹੈ, ਕਿਉਂਕਿ ਬੀਜੇਪੀ ਤੋਂ ਜ਼ਿਆਦਾ ਬੀਜੇਪੀ ਕਰ ਰਿਹਾ ਸਭ ਨੂੰ ਪਤਾ ਹੈ, ਲੇਕਿਨ ਕਾਂਗਰਸ ਦੀ ਲੀਡਰਸ਼ਿਪ ਦਾ ਜਿਹੜਾ ਨਿਗਾਰ ਹੈ ਜਾਂ ਉਸਦੀ ਆਪਣੇ ਲੀਡਰਾਂ ਨੂੰ ਨਾ ਆਪਣੇ ਨਾਲ ਲੈ ਕੇ ਰੱਖਣ ਦੀ ਜਾਂ ਤੁਰਨ ਦੀ ਜਿਹੜੀ ਕੈਪੈਸਿਟੀ ਹੈ। ਤੇ 26 ਜਨਵਰੀ ਤੋਂ ਬਾਅਦ ਜੇ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਹੁਣ ਕਾਂਗਰਸ ਦਾ ਭਵਿੱਖ ਕੀ ਹੋਏਗਾ? ਕਾਂਗਰਸ ਦੇ ਵਿੱਚੋਂ ਰਹਿ ਕੇ ਆਪਣੇ ਰਾਜਨੀਤੀ ਨੂੰ ਅੱਗੇ ਤੋਰਨਗੇ ਜਾਂ ਫਿਰ ਉਹ ਵੀ ਮਨਪ੍ਰੀਤ ਬਾਦਲ ਵਾਂਗ ਹੀ ਕੋਈ ਵੱਖਰਾ ਫੈਸਲਾ ਲੈਣਗੇ? ਬੇਸ਼ੱਕ ਬੀਜੇਪੀ ਜਾਣਾ ਨਾ ਜਾਣਾ ਇੱਕ ਵੱਖਰਾ ਇਸ਼ੂ ਹੈ, ਲੇਕਿਨ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੈ? ਰਾਜਾ ਵੜਿੰਗ ਨੂੰ ਕਿੰਨੀ ਸਪੇਸ ਕਾਂਗਰਸ ਦੇ ਵਿੱਚ ਹੁਣ ਮਿਲਣੀ ਹੈ? ਇਹ ਕਈ ਵੱਡੇ ਸਵਾਲ ਨੇ ਜੋ ਕਿ ਕਾਂਗਰਸ ਇਕਾਈ ਲਈ ਜਾਂ ਕਾਂਗਰਸ ਪਾਰਟੀ ਲਈ ਜ਼ਿਆਦਾ ਚੈਲੰਜ ਵੱਡਾ ਹੈਗੇ ਨੇ ਰਾਦਰ ਦੈਨ ਕਿਸੇ ਹੋਰ ਪਾਰਟੀ ਲਈ। ਜੀ ਤੇ ਜੀ ਬਹੁਤ ਬਹੁਤ ਧੰਨਵਾਦ ਇਸ ਸਾਰੇ ਵਿਸ਼ੇ ਉੱਤੇ ਚਾਨਣ ਪਾਉਣ ਵਾਸਤੇ, ਐਡਰੈਸ ਕਰਨ ਵਾਸਤੇ ਇਸ ਇਸ਼ੂ ਨੂੰ।